ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA ਟੀਵੀ। ਮੈਂ ਹਾਂ ਸੰਜੀਵ ਯਸ਼ ਖੰਨਾ। ਇੰਟਰਨੈਸ਼ਨਲ ਅਪਡੇਟਸ। ਯੰਗ ਵੋਟਰਸ ਆਧਾਰ ਰਹੇ ਨੇ ਡੋਨਲਡ ਟਰੰਪ ਦੀ ਜਿੱਤ ਦਾ। ਯੰਗ ਵੋਟਰਸ ਨੇ ਉਹਨਾਂ ਨੂੰ ਸਪੋਰਟ ਕੀਤਾ ਔਰ ਜੇ ਕਿਹਾ ਜਾਵੇ ਕਿ ਯੰਗ ਵੋਟਰਸ ਦੇ ਕਾਰਨ ਹੀ ਡੋਨਲਡ ਟਰੰਪ ਜਿੱਤੇ ਨੇ ਤੇ ਬਣੇ ਨੇ ਪ੍ਰੈਜ਼ੀਡੈਂਟ ਆਫ ਅਮਰੀਕਾ, ਤਾਂ ਇਹ ਗਲਤ ਨਹੀਂ ਹੈ। ਐਕਸਪਰਟਸ ਦੀ ਇਹ ਰਾਏ ਆ। ਐਕਸਪਰਟਸ ਦੀ ਰਾਏ ਮੰਨਣੀ ਚਾਹੀਦੀ ਹੈ ਕਿਉਂਕਿ ਉਹਨਾਂ ਕੋਲ ਬਹੁਤ ਗਿਆਨ ਹੈ। ਐਵੇਂ ਤੇ ਉਹ ਐਕਸਪਰਟਸ ਨਹੀਂ ਬਣ ਜਾਂਦੇ। ਸੋ ਯੰਗ ਵੋਟਰਸ ਕੀ ਫੀਲ ਕਰਦੇ ਨੇ ਡੋਨਲਡ ਟਰੰਪ ਬਾਰੇ, ਯੰਗ ਵੋਟਰਸ ਕੀ ਫੀਲ ਕਰਦੇ ਨੇ ਉਹਨਾਂ ਦੇ ਏਜੰਡੇ ਬਾਰੇ, ਉਹਨਾਂ ਦੀਆਂ ਪਾਲਿਸੀਜ਼ ਬਾਰੇ, ਉਹਨਾਂ ਦੀ ਵਿਜ਼ਨ ਬਾਰੇ। ਕਿਉਂਕਿ ਆਪਣੀ ਕੈਂਪੇਨਸ ਦੇ ਵਿੱਚ ਜਿਸ ਭਾਸ਼ਾ ਦਾ ਇਸਤੇਮਾਲ ਕੀਤਾ ਹੈ ਡੋਨਲਡ ਟਰੰਪ ਨੇ, ਉਹ ਠੀਕ ਉਹੀ ਭਾਸ਼ਾ ਹੈ ਜੋ ਮਾਰਕੀਟਿੰਗ ਦੀ ਭਾਸ਼ਾ ਹੈ, ਕੰਜ਼ਿਊਮਰ ਕਲਚਰ ਦੀ ਭਾਸ਼ਾ ਹੈ। ਕਿਉਂਕਿ ਅੱਜ ਦੀ ਯੂਥ ਕੰਜ਼ਿਊਮਰ ਕਲਚਰ ਨੂੰ ਸਮਝਦੀ ਹੈ, ਮਾਰਕੀਟਿੰਗ ਦੀ ਭਾਸ਼ਾ ਨੂੰ ਸਮਝਦੀ ਹੈ। ਐਂਡ ਡੋਨਲਡ ਟਰੰਪ ਇਜ਼ ਦ ਕਿੰਗ ਆਫ ਮਾਰਕੀਟਿੰਗ, ਇਹ ਐਕਸਪਰਟਸ ਮੰਨਦੇ ਹੈ। ਸੋ ਉਹਨਾਂ ਦੀ ਗੱਲਬਾਤ, ਉਹਨਾਂ ਦਾ ਵਿਜ਼ਨ, ਇਕਨੋਮੀ ਬਾਰੇ ਉਹਨਾਂ ਦੀ ਗੱਲ ਕਰਨ ਦੀ ਸ਼ੈਲੀ ਪ੍ਰਭਾਵਿਤ ਕਰਕੇ ਗਈ ਹੈ ਯੰਗ ਵੋਟਰਸ ਦੇ ਮਨ ਨੂੰ। ਤੇ ਹੁਣ ਯੰਗ ਵੋਟਰਸ ਕੀ ਮਹਿਸੂਸ ਕਰਦੇ ਨੇ, ਕੀ ਫੀਲ ਕਰਦੇ ਨੇ ਕਿ ਉਹਨਾਂ ਦੇ ਵਾਸਤੇ ਕਿੱਦਾਂ ਦੀਆਂ ਪਾਲਿਸੀਜ਼ ਬਣਨਗੀਆਂ, ਉਹਨਾਂ ਦੀ ਜ਼ਿੰਦਗੀ ਕਿੱਦਾਂ ਸੰਵਾਰੀ ਜਾਏਗੀ। ਕਿਉਂਕਿ ਕਮਲਾ ਹੈਰਿਸ ਗੱਲ ਕਰਦੇ ਰਹੇ ਨੇ ਓਪਰਚੁਨਿਟੀ ਇਕੋਨਮੀ ਦੀ, ਕਮਲਾ ਹੈਰਿਸ ਗੱਲ ਕਰਦੇ ਰਹੇ ਨੇ ਸਟਾਰਟਅਪਸ ਦੀ, ਕਮਲਾ ਹੈਰਿਸ ਗੱਲ ਕਰਦੇ ਰਹੇ ਨੇ $20,000 ਦੇਣ ਦੀ ਪਰ ਹੈਡ ਯੰਗਸਟਰਸ ਨੂੰ ਆਪਣਾ ਬਿਜ਼ਨਸ ਸਟਾਰਟ ਕਰਨ ਵਾਸਤੇ, ਐਂਟਰਪ੍ਰੈਨਿਓਰ ਬਣਨ ਵਾਸਤੇ, ਸਸਟੇਨੇਬਲ ਡਿਵੈਲਪਮੈਂਟ ਦੀ ਗੱਲ ਕਰਦੇ ਰਹੇ ਨੇ। ਸੋ ਉਹ ਸਾਰੀਆਂ ਗੱਲਾਂ ਹੁਣ ਕਿੱਥੇ ਜਾਣਗੀਆਂ? ਕਮਲਾ ਹੈਰਿਸ ਦੀ ਓਪਰਚੁਨਿਟੀ ਇਕੋਨਮੀ ਕਿੱਥੇ ਜਾਏਗੀ? ਡੋਨਲਡ ਟਰੰਪ ਨੂੰ ਉਸ ਦੀ ਪਰਵਾਹ ਹੈ ਕਿ ਨਹੀਂ ਹੈ, ਜਾਂ ਡੋਨਲਡ ਟਰੰਪ ਆਪਣੀਆਂ ਨੀਤੀਆਂ ਲੈ ਕੇ ਆਉਣਗੀਆਂ? ਯੂਥ ਇਸ ਗੱਲ ਨੂੰ ਸੋਚਦੀ ਪਈ ਆ। ਹੋ ਸਕਦਾ ਹੈ ਕਿਤੇ ਮਨ ਦੇ ਵਿੱਚ ਇਹ ਗੱਲ ਚੱਲਦੀ ਹੋਵੇ ਕਿ ਡੋਨਲਡ ਟਰੰਪ ਕਿੱਦਾਂ ਦੀਆਂ ਨੀਤੀਆਂ ਲੈ ਕੇ ਆਉਣਗੀਆਂ, ਉੱਦਾਂ ਦੀਆਂ ਨੀਤੀਆਂ ਲੈ ਕੇ ਆਉਣਗੀਆਂ ਜਿੱਦਾਂ ਦਾ ਸਾਰਾ ਪ੍ਰੋਮਿਸ ਕੀਤਾ ਸੀ ਕਮਲਾ ਹੈਰਿਸ ਨੇ। ਇਹ ਗੱਲਾਂ ਯੂਥ ਸੋਚਦੀ ਆ। ਔਰ ਨਾਲ ਹੋਰ ਵੀ ਸਾਰੇ ਕਲਚਰ, ਕੰਜ਼ਿਊਮਰ ਕਲਚਰ ਦੇ ਨਾਲ ਗਨ ਕਲਚਰ ਦੇ ਨਾਲ ਜਿਹੜਾ ਡਰੱਗਸ ਦਾ ਕਲਚਰ ਚੱਲਦਾ ਹੈ, ਕਿਉਂਕਿ ਉਹ ਵੀ ਇੱਕ ਕਲਚਰ ਬਣ ਚੁੱਕਾ ਹੈ। ਡਰੱਗਸ ਦਾ ਕੀ ਪਾਲਿਸੀ ਬਣੇਗੀ, ਕਿਹੜੀਆਂ ਡਰੱਗਸ ਲੀਗਲਾਈਜ਼ ਕੀਤੀਆਂ ਜਾਣਗੀਆਂ, ਕਿਹੜੀਆਂ ਇਲੀਗਲ ਰਹਿਣਗੀਆਂ, ਕਿਹੜੇ ਇਲਾਕੇ 'ਚ ਕਿਹੜੀਆਂ ਡਰੱਗਸ ਲੀਗਲ ਨੇ, ਕਿਹੜੀਆਂ ਇਲੀਗਲ ਨੇ। ਗਨ ਕਲਚਰ ਦੇ ਉੱਤੇ ਹਮੇਸ਼ਾ ਅਸੀਂ ਗੱਲ ਕਰਦੇ ਹਾਂ, ਤਾਂ ਉਹਦੇ ਵਾਸਤੇ ਕਿਹੜੇ ਬਿੱਲ ਪਾਸ ਕੀਤੇ ਜਾਣਗੇ, ਉਹ ਵੀ ਕਲਚਰ ਹੈ। ਨਾਲ ਅਸੀਂ ਹਮੇਸ਼ਾ ਗੱਲ ਕੀਤੀ ਹੈ ਐਗਰੀਕਲਚਰ, ਉਹ ਵੀ ਕਲਚਰ ਹੈ। ਐਗਰੀਕਲਚਰ ਦੇ ਵਿੱਚ ਹਮੇਸ਼ਾ ਇਹ ਗੱਲ ਹੋਈ ਕਿ ਅਮਰੀਕਾ ਦੇ ਵਿੱਚ ਵੀ ਇੱਦਾਂ ਦੇ ਪੈਸਟੀਸਾਈਡਸ ਇਸਤੇਮਾਲ ਕੀਤੇ ਜਾਂਦੇ ਨੇ ਜੋ ਸਿਹਤ ਵਾਸਤੇ ਨੁਕਸਾਨਦਾਇਕ ਹੋ ਸਕਦੇ ਨੇ। ਉਹਨਾਂ ਵਾਸਤੇ ਕੀ ਪਾਲਿਸੀ ਬਣੇਗੀ? ਕਿਉਂਕਿ ਇੰਡਸਟਰੀ ਦੇ ਨਾਲ ਐਗਰੀਕਲਚਰ ਦਾ ਹੋਣਾ ਜ਼ਰੂਰੀ ਹੈ, ਕਿਉਂਕਿ ਇੰਡਸਟਰੀ ਦਾ ਸਾਰਾ ਰॉ ਮਟੀਰੀਅਲ ਐਗਰੀਕਲਚਰ ਤੋਂ ਆਉਂਦਾ ਹੈ। ਇਸ ਕਰਕੇ ਇਹ ਬਹੁਤ ਸਾਰੇ ਕਲਚਰ ਨੇ, ਇਹ ਸਾਰੇ ਕਲਚਰ ਨਜਿੱਠਣੇ ਪੈਣਗੇ। ਔਰ ਦੁਨੀਆ ਦਾ ਕਲਚਰ ਕੀ ਕਹਿੰਦਾ ਹੈ, ਵੱਖ-ਵੱਖ ਦੇਸ਼ਾਂ ਦੇ ਕਲਚਰ ਕੀ ਕਹਿੰਦੇ ਨੇ, ਔਰ ਅਮਰੀਕਾ ਦੀ ਧਰਤੀ ਦੇ ਉੱਤੇ ਜਿਹੜੇ ਵੱਖ-ਵੱਖ ਪ੍ਰਵਾਸੀ ਵਸੇ ਹੋਏ ਨੇ ਆ ਕੇ, ਲੀਗਲ ਔਰ ਇਲੀਗਲ, ਉਹਨਾਂ ਦਾ ਕਲਚਰ ਕੀ ਕਹਿੰਦਾ ਹੈ। ਸੋ ਹਰ ਕਲਚਰ ਦੇ ਵਿੱਚ ਯੰਗ ਜਨਰੇਸ਼ਨ ਬੈਠੀ ਹੋਈ ਹੈ, ਤਾਂ ਯੰਗ ਜਨਰੇਸ਼ਨ ਕੀ ਫੀਲ ਕਰਦੀ ਆ ਉਹਦੇ ਬਾਰੇ ਡੋਨਲਡ ਟਰੰਪ ਨੂੰ ਖਾਸ ਤਵੱਜੋ ਦੇਣੀ ਪਏਗੀ, ਕਿਉਂਕਿ ਆਉਣ ਵਾਲਾ ਸਮਾਂ ਯੰਗ ਜਨਰੇਸ਼ਨ ਨੂੰ ਬਿਲੋਂਗ ਕਰਦਾ ਹੈ ਤੇ ਉਹਨਾਂ ਨੂੰ ਬੜੇ ਸੁਪਨੇ ਦਿਖਾਏ ਨੇ, ਡ੍ਰੀਮ ਮਰਚੈਂਟ ਬਣ ਕੇ, ਸੁਪਨਿਆਂ ਦਾ ਸੌਦਾਗਰ ਬਣ ਕੇ ਡੋਨਲਡ ਟਰੰਪ ਨੇ। ਇੰਟਰਨੈਸ਼ਨਲ ਮੁੱਦੇ ਕਈ ਨੇ ਜੋ ਇਸ ਵਕਤ ਸਾਰੇ ਦੇ ਸਾਰੇ ਅਮਰੀਕਾ ਦੇ ਵਿੱਚੋਂ ਹੀ ਹੋ ਕੇ ਨਿਕਲਦੇ ਨੇ, ਕਿਉਂਕਿ ਉਸੇ ਹੀ ਕੰਟੈਕਸਟ ਦੇ ਵਿੱਚ ਆਪਾਂ ਦੇਖਣ ਦੀ ਕੋਸ਼ਿਸ਼ ਕਰਨੀ ਹੈ, ਉਸੇ ਹੀ ਲਾਈਟ ਦੇ ਵਿੱਚ ਜਿਹੜੀਆਂ ਇਲੈਕਸ਼ਨਸ ਦਾ ਰਿਜ਼ਲਟ ਆਇਆ ਹੈ। ਸੋ ਪੂਰੀ ਦੁਨੀਆ ਵਾਸਤੇ ਕੀ ਮਤਲਬ ਹੈ ਡੋਨਲਡ ਟਰੰਪ ਦੀ ਜਿੱਤ ਦਾ, ਇਸ ਦੇ ਬਾਰੇ ਆਪਾਂ ਜ਼ਰੂਰ ਗੱਲਬਾਤ ਕਰਾਂਗੇ। ਨਾਲ ਗੱਲਬਾਤ ਕਰਾਂਗੇ ਜੋ ਡੋਨਲਡ ਟਰੰਪ ਦੀ ਲਾਈਫ ਦੇ ਉੱਤੇ ਰਿਸਕ ਰਹੇ ਨੇ, ਉਹਦੇ ਵਿੱਚ ਇੱਕ ਖਾਸ ਮਾਮਲਾ ਸਾਹਮਣੇ ਆਇਆ ਕਿ ਯੂਨਾਈਟਿਡ ਸਟੇਟਸ ਨੇ ਇੱਕ ਕ੍ਰਿਮੀਨਲ ਕੰਪਲੇਂਟ ਕੀਤੀ ਆ ਕਿ ਈਰਾਨ ਦੇ ਕੁਝ ਏਜੰਟਸ ਇਨਵੋਲਵ ਰਹੇ ਨੇ ਜੋ ਸੈਕਿੰਡ ਟਾਈਮ ਡੋਨਲਡ ਟਰੰਪ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਗਈ। ਹੁਣ ਇੱਥੇ ਫਿਰ ਈਰਾਨ ਦਾ ਫੈਕਟਰ ਆ ਜਾਂਦਾ ਹੈ, ਕਿਉਂਕਿ ਈਰਾਨ ਦੇ ਉੱਤੇ ਪਹਿਲਾਂ ਵੀ ਗੱਲ ਹੋਈ ਔਰ ਡੋਨਲਡ ਟਰੰਪ ਖੁਦ ਕਹਿੰਦੇ ਰਹੇ ਕਿ ਮੇਰੀਆਂ ਕੈਂਪੇਨਸ ਨੂੰ ਵੀ ਹਾਈਜੈਕ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਆ ਈਰਾਨ ਵੱਲੋਂ, ਔਰ ਮੇਰੀ ਜਾਨ ਲੈਣ ਦੀ ਵੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਈਰਾਨ ਵੱਲੋਂ। ਹੁਣ ਇਸ ਵਕਤ ਕੰਪਲੇਂਟਸ ਆਈਆਂ ਨੇ ਔਰ ਕੰਪਲੇਂਟਸ ਦੇ ਉੱਤੇ ਕਾਰਵਾਈ ਹੋ ਰਹੀ ਹੈ। ਸਬੂਤ ਕੀ ਕਹਿਣਗੇ, ਗਵਾਹ ਕੀ ਕਹਿਣਗੇ, ਇਹ ਆਉਣ ਵਾਲਾ ਸਮਾਂ ਦੱਸੇਗਾ, ਪਰ ਇਹ ਪੁਆਇੰਟ ਉੱਠ ਚੁੱਕਿਆ। ਤੇ ਦੂਜੇ ਪਾਸੇ ਜਦੋਂ ਉਹ ਕਹਿੰਦੇ ਸੀ ਕਿ ਇਲੈਕਸ਼ਨਸ ਦੇ ਵਿੱਚ ਜੇ ਮੈਂ ਹਾਰਿਆ ਤੇ ਇਹਦੇ ਵਿੱਚ ਜਿਊਜ਼ ਦਾ ਹੱਥ ਹੋ ਸਕਦਾ ਹੈ। ਖੈਰ, ਹੁਣ ਉਹ ਪੁਆਇੰਟ ਤੇ ਆਪਾਂ ਹਟਾ ਦੇਵਾਂਗੇ, ਕਿਉਂਕਿ ਇਲੈਕਸ਼ਨ ਉਹ ਹਾਰੇ ਨਹੀਂ, ਉਹ ਜਿੱਤ ਗਏ ਨੇ। ਇਹਦਾ ਮਤਲਬ ਇਹ ਹੈ ਕਿ ਜੋ ਅਮਰੀਕਾ ਦਾ ਇਲੈਕਟੋਰਲ ਪ੍ਰੋਸੈਸ ਆ ਉਹ ਸਟਰੋਂਗ ਆ, ਮਜ਼ਬੂਤ ਆ, ਫੇਅਰ ਹੈ, ਫ੍ਰੀ ਆ।
ਔਰ ਉਹਦੇ ਵਿੱਚ ਫਰੀडम ਦੀ ਗੱਲ ਕੀਤੀ ਜਾਂਦੀ ਹੈ, ਉਹਦੇ 'ਚ ਸਰਵਾਈਵਲ ਦੀ ਗੱਲ ਕੀਤੀ ਜਾਂਦੀ ਹੈ। ਸੋ ਉਹ ਪੁਆਇੰਟ ਡਿਲੀਟ ਹੋ ਜਾਂਦਾ ਜੋ ਜਿਊਜ਼ ਦਾ ਪੁਆਇੰਟ ਲਿੱਤਾ ਜਾਂਦਾ ਸੀਗਾ ਇਲੈਕਸ਼ਨਸ ਨੂੰ ਲੈ ਕੇ। ਨਾਓ ਜਿਹੜਾ ਪੁਆਇੰਟ ਬਚਦਾ ਹੈ ਉਹ ਹੈ ਈਰਾਨ। ਹੁਣ ਈਰਾਨ ਦਾ ਕੀ ਇਹਦੇ ਉੱਤੇ ਪ੍ਰਤੀਕਿਰਿਆ ਰਹੇਗੀ, ਇਹ ਹੁਣ ਈਰਾਨ ਗਵਰਨਮੈਂਟ ਵੱਲੋਂ ਆਏਗਾ, ਈਰਾਨ ਦੀ ਸੋਸਾਇਟੀ ਵੱਲੋਂ ਆਏਗਾ ਕਿ ਇੱਦਾਂ ਦੀ ਅਟੈਂਪਟ ਦੇ ਕੋਈ ਚਾਂਸਿਸ ਬਣੇ ਸੀ ਉਹਨਾਂ ਵੱਲੋਂ ਕਿ ਨਹੀਂ ਬਣੇ ਸੀ। ਔਰ ਇੱਧਰ ਈਰਾਨ ਜਦੋਂ ਇਨਵੋਲਵ ਹੁੰਦਾ ਹੈ ਇਜ਼ਰਾਈਲ ਦੇ ਨਾਲ ਯੁੱਧ ਦੇ ਵਿੱਚ ਤਾਂ ਉਹ ਇੱਕ ਸੈਕਿੰਡ ਐਂਗਲ ਬਣਦਾ ਹੈ ਔਰ ਨਾਲ ਕੌਨਫਲਿਕਟਸ ਵੱਲ ਤੁਰ ਪੈਂਦੀ ਹੈ ਸਾਰੀ ਗੱਲ ਕਿ ਜਿਹੜੇ ਈਰਾਨ ਦੇ ਕੌਨਫਲਿਕਟਸ ਨੇ ਇਜ਼ਰਾਈਲ ਦੇ ਨਾਲ, ਉਹਦੇ ਵਿੱਚ ਡੋਨਲਡ ਟਰੰਪ ਦੀ ਨੀਤੀ ਕੀ ਬਣੇਗੀ। ਸੋ ਇਹ ਸਾਰੇ ਮਾਮਲੇ ਇੰਟਰਕਨੈਕਟਡ ਨੇ। ਬਿਜ਼ਨਸ, ਯੂਥ, ਐਬੋਰਸ਼ਨ, ਇਮੀਗ੍ਰੇਸ਼ਨ, ਬਾਰਡਰ ਸਿਕਿਉਰਿਟੀ, ਟੈਰਿਫਸ, ਟੈਕਸ ਕੱਟਸ, ਮਤਲਬ ਲਿਸਟ ਹੈ ਇੰਨੀ ਲੰਬੀ ਆ ਇਹ ਖਤਮ ਹੀ ਨਹੀਂ ਹੋਏਗੀ। ਇਨਵੈਸਟਰਸ ਕੀ ਦੇਖ ਰਹੇ ਨੇ, ਮਾਰਕੀਟਸ ਕੀ ਦੇਖ ਰਹੀਆਂ ਨੇ, ਟਰੰਪ ਫੈਕਟਰ ਕਿੱਦਾਂ ਕੰਮ ਕਰੇਗਾ, ਤਮਾਮ ਗੱਲਾਂ ਨੇ। ਟਰੰਪ ਫੈਕਟਰ ਦੀ ਤਾਂ ਇਹ ਗੱਲ ਵੀ ਹੁੰਦੀ ਹੈ ਕਿ ਜਦੋਂ ਵੀ ਸਰਵੇਜ਼ ਆਉਂਦੀਆਂ ਸੀ ਇਲੈਕਸ਼ਨਸ ਕੈਂਪੇਨ ਦੇ ਦੌਰਾਨ, ਵੋਟਿੰਗ ਤੋਂ ਪਹਿਲਾਂ, ਰਿਜ਼ਲਟ ਤੋਂ ਪਹਿਲਾਂ, ਤਾਂ ਜਦੋਂ ਇਹ ਸਰਵੇਜ਼ ਦੱਸਦੀਆਂ ਸੀ ਕਿ ਟਰੰਪ ਜਿੱਤਣ ਵਾਲੇ ਨੇ ਤਾਂ ਵਰਲਡ ਮਾਰਕੀਟ ਦੇ ਵਿੱਚ ਹਲਚਲ ਹੋ ਜਾਂਦੀ ਸੀ। ਅਮਰੀਕਨ ਸਟਾਕ ਐਕਸਚੇਂਜ ਦੇ ਵਿੱਚ ਹਲਚਲ ਐਡੀ ਜ਼ਬਰਦਸਤ ਕਿ ਪੂਰੀ ਦੁਨੀਆ ਹਿਲ ਜਾਂਦੀ ਸੀ। ਸੋ ਵਾਲ ਸਟਰੀਟ ਦੇ ਐਕਸਪਰਟਸ ਆਪਣੀਆਂ ਬੈਟਸ ਖੇਡਦੇ ਪਏ ਨੇ। ਨਾਓ ਲੈਟ ਅਸ ਸੀ ਕਿੱਧਰ ਜਾਏਗੀ ਸਾਰੀ ਗੇਮ, ਕਿਉਂਕਿ ਫੈਡਰਲ ਰਿਜ਼ਰਵ ਨੇ ਸੈਕਿੰਡ ਟਾਈਮ ਕੱਟਸ ਵੀ ਕੀਤੇ ਨੇ ਟੈਕਸ ਇੰਟਰਸਟ ਦੇ ਵਿੱਚ। ਉਹ ਵੀ ਅਸੀਂ ਦੇਖਦੇ ਹਾਂ ਕਿ ਜਿਹੜੇ ਇੰਟਰਸਟ ਰੇਟਸ ਘਟੇ ਨੇ ਉਹਦੇ ਪਿੱਛੇ ਜੌਬ ਮਾਰਕੀਟ ਵੀ ਬੈਠੀ ਹੈ, ਉਹਦੇ ਪਿੱਛੇ ਇਨਫਲੇਸ਼ਨ ਯਾਨੀ ਮਹਿੰਗਾਈ ਵੀ ਬੈਠੀ ਆ, ਉਹਦੇ ਵਾਸਤੇ ਆਉਣ ਵਾਲਾ ਫਿਊਚਰ ਵੀ ਬੈਠਾ ਹੈ ਕਿ ਇਕਨੋਮੀ ਨੂੰ ਸਲੋ ਡਾਊਨ ਨਾ ਹੋਣ ਦਿੱਤਾ ਜਾਵੇ। ਸੋ ਇਹ ਤਮਾਮ ਤਰ੍ਹਾਂ ਦੀਆਂ ਗੱਲਾਂ ਨੇ ਔਰ ਇਹਦੇ ਉੱਤੇ ਡੋਨਲਡ ਟਰੰਪ ਦੇ ਆਪਣੇ ਵਿਚਾਰ ਵੀ ਨੇ ਕਿ ਫੈਡਰਲ ਰਿਜ਼ਰਵ ਕਿੰਨਾ ਕੁ ਫ੍ਰੀ ਹੋਣਾ ਚਾਹੀਦਾ ਹੈ ਤੇ ਕਿੰਨਾ ਕੁ ਮੇਰੇ ਕੰਟਰੋਲ 'ਚ ਹੋਣਾ ਚਾਹੀਦਾ, ਯਾਨੀ ਕਿ ਟਰੰਪ ਦੀ ਐਡਮਿਨਿਸਟ੍ਰੇਸ਼ਨ ਦੇ ਕੰਟਰੋਲ 'ਚ ਹੋਣਾ ਚਾਹੀਦਾ ਹੈ। ਔਰ ਜੋ ਬੈਂਕ ਆਫ ਅਮਰੀਕਾ ਹੈ ਉਹਦਾ ਕੀ ਸਟੇਟਸ ਹੋਣਾ ਚਾਹੀਦਾ ਹੈ। ਮਤਲਬ ਇਹ ਸਾਰੀਆਂ ਇੰਟਰਕਨੈਕਟਡ ਗੱਲਾਂ ਨੇ ਔਰ ਇਹ ਗੱਲਾਂ ਕੈਂਪੇਨਸ ਦੇ ਵਿੱਚ ਖੂਬ ਹੋਈਆਂ। ਪਰ ਹੁਣ ਪ੍ਰੈਕਟੀਕਲੀ ਕੀ ਹੋਏਗਾ ਇਹ ਜਨਵਰੀ 2025 ਤੋਂ ਪਤਾ ਲੱਗੇਗਾ ਜਦੋਂ ਇਹ ਪਾਲਿਸੀਜ਼ ਆਉਣਗੀਆਂ ਦੁਨੀਆ ਦੇ ਸਾਹਮਣੇ, ਅਮਰੀਕਾ ਦੇ ਸਾਹਮਣੇ, ਕਿਉਂਕਿ ਇਸ ਵਕਤ ਡੋਨਲਡ ਟਰੰਪ ਆਪਣੀ ਟੀਮ ਨਾਲ ਬਿਜ਼ੀ ਨੇ ਔਰ ਇਹ ਸਾਰੀਆਂ ਪਾਲਿਸੀਜ਼ ਤਿਆਰ ਹੋ ਰਹੀਆਂ ਨੇ ਕਿ ਕਿੱਦਾਂ ਟਰਾਂਸਫੋਰਮੇਸ਼ਨ ਕਰਨਾ ਹੈ ਅਮਰੀਕਾ ਦਾ। ਜੋ ਯੰਗ ਵੋਟਰਸ ਨੇ ਜਿਨ੍ਹਾਂ ਦੀ ਆਪਾਂ ਗੱਲ ਕੀਤੀ ਹੈ ਉਹ ਕੀ ਐਕਸਪੈਕਟ ਕਰਦੇ ਨੇ ਡੋਨਲਡ ਟਰੰਪ ਤੋਂ ਕਿ ਕਿੱਦਾਂ ਇੱਕ ਨਵਾਂ ਰੂਪ ਦਿੱਤਾ ਜਾਵੇ ਅਮਰੀਕਾ ਨੂੰ, ਜਿਹਦੇ ਵਿੱਚ ਜੌਬਸ ਹੋਣ, ਜਿਹਦੇ ਵਿੱਚ ਸਸਟੇਨੇਬਲ ਡਿਵੈਲਪਮੈਂਟ ਹੋਵੇ, ਇਕਨੋਮੀ ਤਰੱਕੀ 'ਤੇ ਹੋਵੇ, ਹਰ ਇਨਸਾਨ ਨੂੰ ਉਹਦੇ ਹੁਨਰ ਦੇ ਮੁਤਾਬਿਕ, ਉਹਦੀ ਕਲਾ ਦੇ ਮੁਤਾਬਿਕ, ਉਹਦੀ ਕਾਬਲੀਅਤ ਦੇ ਮੁਤਾਬਿਕ, ਉਹਦੀ ਐਜੂਕੇਸ਼ਨ ਦੇ ਮੁਤਾਬਿਕ ਕੰਮ ਮਿਲੇ, ਡਿਗਨਿਟੀ ਆਫ ਐਜੂਕੇਸ਼ਨ ਹੋਵੇ, ਡਿਗਨਿਟੀ ਆਫ ਲਾਈਫ ਹੋਵੇ, ਤਮਾਮ ਤਰ੍ਹਾਂ ਦੀਆਂ ਗੱਲਾਂ, ਕਿਉਂਕਿ ਯੰਗਸਟਰਸ ਦੇ ਸੁਪਨੇ ਬੜੇ ਹੁੰਦੇ ਨੇ। ਸੋ ਇਸ ਗੱਲ ਦੇ ਉੱਤੇ ਵੀ ਧਿਆਨ ਦਿੱਤਾ ਜਾ ਰਿਹਾ। ਸੋ ਇਸ ਨੂੰ ਦੇਖਦੇ ਹੋਏ ਕਿ ਜਿਹੜੀ ਸੈਕਿੰਡ ਅਰਾਈਵਲ ਹੈ ਡੋਨਲਡ ਟਰੰਪ ਦੀ 2.0, ਉਹਦੇ ਵਿੱਚ ਜਿਹੜੀਆਂ ਸਾਈਨਸ ਨੇ, ਸੰਕੇਤ ਨੇ ਚੇਂਜਸ ਦੇ, ਉਹ ਆਣੇ ਸ਼ੁਰੂ ਹੋ ਚੁੱਕੇ ਨੇ ਔਰ ਟਰੰਪ ਆਪਣੇ ਦੋਸਤਾਂ ਦੇ ਨਾਲ, ਆਪਣੇ ਸਾਰੇ ਭਾਈਵਾਲਾਂ ਦੇ ਨਾਲ ਮਿਲ ਕੇ, ਜੋ ਉਹਨਾਂ ਦੀ ਟੀਮ ਹੈ, ਟੀਮ ਦੇ ਕੋਰ ਮੈਂਬਰਸ ਨੇ, ਉਹਨਾਂ ਨਾਲ ਮਿਲ ਕੇ ਇੱਕ ਖਾਸ ਵਾਤਾਵਰਣ ਤਿਆਰ ਕਰਦੇ ਪਏ ਨੇ ਜਿਹਦੇ ਵਿੱਚ ਉਹ ਕਾਮਯਾਬ ਵੀ ਹੋਏ ਨੇ। ਔਰ ਇੱਕ ਖਾਸ ਪੁਆਇੰਟ ਦਿੱਤਾ ਜਾ ਰਿਹਾ ਔਰ ਉਹ ਪੁਆਇੰਟ ਇਹ ਆ ਕਿ ਹਮੇਸ਼ਾ ਇਹ ਕਿਹਾ ਜਾਂਦਾ ਕਿ ਅੱਗੇ ਤਾਂ ਬੰਦਾ ਕੋਈ ਹੋਰ ਦਿਖਦਾ, ਪਿੱਛੇ ਲੌਬੀ ਬੈਠੀ ਹੈ ਜਿਹੜੀ ਚਲਾਉਂਦੀ ਪਈ ਹੈ ਪੂਰੇ ਅਮਰੀਕਾ ਨੂੰ। ਅੱਗੇ ਪ੍ਰੈਜ਼ੀਡੈਂਟ ਕੋਈ ਵੀ ਹੋ ਸਕਦਾ, ਉਹ ਡੋਨਲਡ ਟਰੰਪ ਵੀ ਹੋ ਸਕਦੇ ਨੇ, ਉਹ ਜੋ ਬਾਈਡਨ ਵੀ ਹੋ ਸਕਦੇ ਨੇ, ਉਹ ਕਮਲਾ ਹੈਰਿਸ ਵੀ ਹੋ ਸਕਦੇ ਨੇ। ਵਨ ਐਂਡ ਦਾ ਸੇਮ ਥਿੰਗ, ਕਿਉਂਕਿ ਗੇਮ ਤਾਂ ਪਿੱਛੋਂ ਘੁੰਮਣੀ ਹੈ, ਇਹ ਤਾਂ ਪਪੇਟਸ ਨੇ। ਇੱਦਾਂ ਦੀ ਗੱਲ ਵੀ ਕੀਤੀ ਜਾਂਦੀ ਸੀ ਔਰ ਕਿਤੇ ਨਾ ਕਿਤੇ ਕਮਲਾ ਹੈਰਿਸ ਬਾਰੇ ਇਹ ਕੈਂਪੇਨ ਦੇ ਵਿੱਚ ਗੱਲ ਕੀਤੀ ਗਈ ਸੀ ਕਿ ਉਹ ਇੱਕ ਪਰਫੈਕਟ ਪਪੇਟ ਨੇ ਡੀਪ ਸਟੇਟ ਦੇ ਹੱਥਾਂ ਦੇ ਵਿੱਚ। ਐਂਡ ਵਾਟ ਇਜ਼ ਦਿਸ ਡੀਪ ਸਟੇਟ? ਉਹੀ ਜਿਹੜੀ ਲੌਬੀ ਪਿੱਛੇ ਕੰਮ ਕਰਦੀ ਹੈ ਉਹਨੂੰ ਡੀਪ ਸਟੇਟ ਕਹਿੰਦੇ ਨੇ, ਵਾਟ ਐਵਰ। ਪਰ ਇੱਥੇ ਪੁਆਇੰਟ ਇਹ ਆ ਕਿ ਡੋਨਲਡ ਟਰੰਪ ਇੱਦਾਂ ਦਾ ਮਾਹੌਲ ਤਿਆਰ ਕਰਨ ਦੇ ਵਿੱਚ ਕਾਮਯਾਬ ਹੋ ਰਹੇ ਨੇ ਕਿ ਜਿਹੜੀ ਇਹ ਲੌਬੀ ਡੀਪ ਸਟੇਟ ਕਹੀ ਜਾਂਦੀ ਆ ਉਹਨਾਂ ਨੂੰ ਡਰ ਪੈ ਜਾਵੇ, ਉਹ ਆਪਣੀ ਮਰਜ਼ੀ ਨਾਲ ਨਾ ਨਚਾ ਸਕਣ ਸਾਰਿਆਂ ਨੂੰ, ਉਹ ਆਪਣੀ ਮਰਜ਼ੀ ਨਾਲ ਨਾ ਚਲਾ ਸਕਣ ਅਮਰੀਕਾ ਦੀ ਐਡਮਿਨਿਸਟ੍ਰੇਸ਼ਨ ਨੂੰ, ਕਿਉਂਕਿ ਟਰੰਪ ਉਹਨਾਂ ਨੂੰ ਹਰਾ ਦੇਣਾ ਚਾਹੁੰਦੇ ਨੇ। ਇੱਕ ਇੱਦਾਂ ਦਾ ਵਾਤਾਵਰਣ ਤਿਆਰ ਹੋ ਰਿਹਾ। ਐਕਸਪਰਟਸ ਇਸ ਪੁਆਇੰਟਸ ਦੇ ਉੱਤੇ ਵੀ ਗੱਲ ਕਰਦੇ ਨੇ, ਕਿਉਂਕਿ ਸੇਮ ਗੱਲ ਇੱਦਾਂ ਨਾ ਕਿ ਤੁਸੀਂ ਟੂਟੀ ਦੇ ਥੱਲੇ ਬਾਲਟੀ ਰੱਖ ਦਿੱਤੀ ਭਰਨ ਵਾਸਤੇ ਤੇ ਬਾਲਟੀ ਦਾ ਤੱਲਾ ਹੀ ਨਹੀਂ ਹੈਗਾ, ਬੇਸ ਹੀ ਨਹੀਂ ਹੈਗਾ, ਬਾਲਟੀ ਦੇ ਵਿੱਚ ਇੰਨੇ ਛੇਕ ਨੇ ਤੇ ਫਿਰ ਉਹ ਬਾਲਟੀ ਭਰੇਗੀ ਕਿਵੇਂ? ਪਾਣੀ ਤਾਂ ਬਾਹਰ ਨਿਕਲ ਹੀ ਜਾਊਗਾ। ਜੇ ਤੱਲਾ ਹੀ ਨਹੀਂ ਹੈਗਾ ਤੇ ਪਾਣੀ ਤਾਂ ਬਿਲਕੁਲ ਹੀ ਸਾਰਾ ਬਾਹਰ ਨਿਕਲ ਜਾਊ, ਜੇ ਬੇਸ ਨਹੀਂ ਹੈਗਾ। ਇਸ ਕਰਕੇ ਉਹ ਜਿਹੜੇ ਸੁਰਾਖ ਨੇ ਉਹ ਬੰਦ ਕਰ ਦੇਣੇ ਨੇ, ਉਹ ਜਿਹੜਾ ਤੱਲਾ ਹੈ ਉਹਨੂੰ ਮਜ਼ਬੂਤ ਕਰ ਦੇਣਾ।
यानी कि बाल्टी ਨੂੰ ਮਜ਼ਬੂਤ ਕਰ ਦੇਣਾ, ਟੂਟੀ ਥੱਲੇ ਰੱਖੋਗੇ ਤੇ ਆਪੇ ਭਰ ਜੂਗੀ। ਸੋ ਇਹ ਚੀਜ਼ਾਂ ਜੇ ਆਪਾਂ ਸਿੱਧੀ ਭਾਸ਼ਾ 'ਚ ਗੱਲ ਕਰੀਏ, ਸੋ ਇਹਦੇ ਉੱਤੇ ਧਿਆਨ ਦਿੱਤਾ ਜਾ ਰਿਹਾ ਕਿ ਉਹ ਸਾਰੀਆਂ ਕਮਜ਼ੋਰੀਆਂ ਜੋ ਵੀਕ ਪੁਆਇੰਟਸ ਹੈਗੇ ਨੇ ਅਮਰੀਕਾ ਦੇ ਸਿਸਟਮ ਦੇ ਵਿੱਚ, ਚਾਹੇ ਉਹ ਲੀਗਲ ਸਿਸਟਮ ਹੈ, ਚਾਹੇ ਉਹ ਕੋਰਟਸ ਦਾ ਸਿਸਟਮ ਹੈ, ਉਹਦੇ ਬਾਰੇ ਬਾਈਡਨ ਵੀ ਗੱਲ ਕਰਦੇ ਰਹੇ ਨੇ, ਚਾਹੇ ਉਹ ਇਮੀਗ੍ਰੈਂਟਸ ਦਾ ਹੈ ਸਿਸਟਮ ਹੈ ਨਾ, ਚਾਹੇ ਪਾਲਿਸੀਜ਼ ਨੇ, ਐਨੀਥਿੰਗ ਜਿੱਥੇ ਜਿੱਥੇ ਕਮਜ਼ੋਰੀਆਂ ਨੇ ਉਹ ਕਮਜ਼ੋਰੀਆਂ ਦੂਰ ਕਰਨੀਆਂ ਨੇ ਤਾਂ ਕਿ ਅਮਰੀਕਾ ਨੂੰ ਟਰਾਂਸਫਾਰਮ ਕੀਤਾ ਜਾਏ। ਕਿਉਂਕਿ ਪੁਰਾਣੇ ਵਕਤਾਂ ਤੋਂ ਚੱਲੇ ਆ ਰਹੇ ਕਈ ਨਿਯਮ ਇਸ ਵਕਤ ਦੀ ਜਨਰੇਸ਼ਨ, ਯੰਗ ਜਨਰੇਸ਼ਨ ਨੂੰ ਸਾਹਮਣੇ ਰੱਖਦੇ ਹੋਏ ਬਦਲਦੇ ਰਹਿਣੇ ਚਾਹੀਦੇ ਨੇ, ਕਿਉਂਕਿ ਉਹਨਾਂ ਦੀ ਸੋਚ ਦੇ ਨਾਲ ਜੈਲ ਕਰਨੇ ਚਾਹੀਦੇ ਨੇ। ਹਾਂ, ਜਿੱਥੇ ਸੁਧਾਰ ਦੀ ਲੋੜ ਹੈ ਯੰਗ ਜਨਰੇਸ਼ਨ ਦੀ, ਉੱਥੇ ਯੰਗ ਜਨਰੇਸ਼ਨ ਨੂੰ ਵੀ ਸੁਧਾਰਨ ਦੀ ਲੋੜ ਹੈ ਤਾਂ ਕਿ ਉਹ ਵੀ ਗਲਤੀ ਨਾ ਕਰਨ ਇੱਦਾਂ ਦੀ, ਕਿਉਂਕਿ ਆਪਣੀ ਪਿਛੋਕੜ ਨੂੰ ਬਿਲਕੁਲ ਛੱਡ ਦੇਣਾ ਵੀ ਠੀਕ ਨਹੀਂ। ਪਿਛੋਕੜ 'ਚ ਉਹ ਚੀਜ਼ਾਂ ਲਵੋ ਜਿਹੜੀਆਂ ਅੱਜ ਸਾਡੇ ਕੰਮ ਆ ਸਕਦੀਆਂ ਨੇ ਔਰ ਉਹਨਾਂ ਵਿੱਚੋਂ ਹੀ ਸਾਡਾ ਫਿਊਚਰ ਨਿਕਲੇਗਾ। ਇਹੀ ਸਿੱਖਿਆ ਦੇਣਾ ਚਾਹੁੰਦੇ ਨੇ ਯੰਗ ਜਨਰੇਸ਼ਨ ਨੂੰ ਡੋਨਲਡ ਟਰੰਪ। ਸੋ ਇਹ ਸਭ ਤਮਾਮ ਗੱਲਾਂ ਚੱਲਦੀਆਂ ਪਈਆਂ ਨੇ। ਐਂਡ ਇੱਕ ਖਾਸ ਪੁਆਇੰਟ, ਜਿੱਦਾਂ ਕਮਲਾ ਹੈਰਿਸ ਨੂੰ ਪਰਫੈਕਟ ਪਪਟ ਕਿਹਾ ਜਾਂਦਾ ਕੈਂਪੇਨਸ ਦੇ ਵਿੱਚ, ਉਹਨਾਂ ਦੇ ਵਿਰੋਧੀਆਂ ਵੱਲੋਂ ਹੋਰ ਤਮਾਮ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ, ਉਹਨਾਂ ਨੂੰ ਦੁਹਰਾਉਣ ਦੀ ਲੋੜ ਨਹੀਂ, ਅਸੀਂ ਸਾਰੇ ਜਾਣਦੇ ਹਾਂ। ਲਾਈਕਵਾਈਜ਼ ਟਰੰਪ ਬਾਰੇ ਵੀ ਇਹ ਗੱਲ ਕੀਤੀ ਗਈ ਕਿ ਜਦੋਂ ਉਹ ਕੈਂਪੇਨਸ ਕਰਦੇ ਨੇ, ਜਦੋਂ ਉਹ ਪ੍ਰੈਜ਼ੀਡੈਂਟ ਦੀ ਰੇਸ ਦੇ ਵਾਸਤੇ ਲੜਦੇ ਪਏ ਨੇ ਵਾਈਟ ਹਾਊਸ ਦੇ ਵਿੱਚ ਪਹੁੰਚਣ ਵਾਸਤੇ, ਤਾਂ ਆਪਣੇ ਆਪ ਨੂੰ ਪ੍ਰੈਜ਼ੀਡੈਂਟ ਬਣਾਉਣਾ ਸੈਕਿੰਡ ਨੰਬਰ ਤੇ ਆਉਂਦਾ। ਫਰਸਟ ਨੰਬਰ ਤੇ ਆਉਂਦਾ ਕਿ ਜੋ ਉਹਨਾਂ ਦੇ ਅਗੇਂਸਟ ਕੇਸਿਸ ਨੇ, ਕ੍ਰਿਮੀਨਲ ਕੇਸਿਸ ਨੇ, ਉਹਨਾਂ ਦੇ ਨਤੀਜੇ ਤੋਂ, ਉਹਨਾਂ ਦੇ ਫੈਸਲੇ ਤੋਂ ਬਚ ਸਕਣ, ਆਪਣੇ ਆਪ ਨੂੰ ਜੇਲ੍ਹ ਜਾਣ ਤੋਂ ਬਚਾ ਸਕਣ। ਉਹ ਆਪਣੀ ਸਰਵਾਈਵਲ ਵਾਸਤੇ ਤੇ ਆਪਣੀ ਫਰੀडम ਵਾਸਤੇ, ਆਪਣੀ ਆਜ਼ਾਦੀ ਵਾਸਤੇ ਤੇ ਆਪਣੇ ਆਪ ਨੂੰ ਬਚਾਉਣ ਵਾਸਤੇ ਲੜਦੇ ਪਏ ਨੇ ਇਲੈਕਸ਼ਨਸ, ਤੇ ਪ੍ਰੈਜ਼ੀਡੈਂਟ ਬਣਨਾ ਤੇ ਸੈਕਿੰਡ ਨੰਬਰ ਤੇ ਆਉਂਦਾ। ਇਹ ਵੀ ਵਿਰੋਧੀ ਧਿਰਾਂ ਵੱਲੋਂ ਗੱਲਾਂ ਕੀਤੀਆਂ ਗਈਆਂ। ਸੋ ਇਸੇ ਹੀ ਲਾਈਟ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਕਿਹਾ ਜਾਂਦਾ ਕਿ ਜੋ ਇਹਨਾਂ ਦਾ ਏਜੰਡਾ ਹੈ, ਲੀਗਲ ਏਜੰਡਾ, ਕੋਰਟਸ ਨੂੰ ਲੈ ਕੇ, ਸੁਪਰੀਮ ਕੋਰਟ ਨੂੰ ਲੈ ਕੇ, ਉੱਥੇ ਵੀ ਬੜੀਆਂ ਯੂ ਟਰਨਸ ਨੇ। ਯੂ ਟਰਨਸ ਕਿੱਦਾਂ ਕਿ ਇਹਨਾਂ ਦੀ ਜਿਹੜੀ ਵਿਕਟਰੀ ਹੈ ਡੋਨਲਡ ਟਰੰਪ ਦੀ, ਜਨਵਰੀ ਦੇ ਵਿੱਚ ਤਾਂ ਇਹਨਾਂ ਨੇ ਆਉਣਾ ਹੈ ਔਰ 26 ਨਵੰਬਰ ਨੂੰ ਇਹਨਾਂ ਨੇ ਟਰਾਇਲ ਫੇਸ ਕਰਨਾ, ਉਹਦੇ ਰਿਜ਼ਲਟਸ ਆਉਣੇ ਨੇ ਜੋ ਇਹਨਾਂ ਦੇ ਅਗੇਂਸਟ ਕੇਸਿਸ ਨੇ। ਸੋ ਉਹ ਕੇਸ ਦਾ ਕੀ ਫੈਸਲਾ ਹੁੰਦਾ ਔਰ ਜਾਂ ਫਿਰ ਇਹਨਾਂ ਦੀ ਵਿਕਟਰੀ ਉਹਨਾਂ ਕੇਸਿਸ ਦੇ ਜਿਹੜੇ ਫੈਸਲੇ ਨੇ ਉਹਨਾਂ ਦੇ ਉੱਤੇ ਅਸਰ ਪਾ ਸਕਦੀ ਆ। ਜਨਵਰੀ 25 ਤੋਂ ਬਾਅਦ ਕੀ ਹੋਏਗਾ? ਜੇ 26 ਨਵੰਬਰ ਨੂੰ ਡੇਟਸ ਦੇ ਵਿੱਚ ਫੈਸਲੇ ਨਹੀਂ ਹੁੰਦੇ, ਡੇਟਸ ਅੱਗੇ ਪਾ ਦਿੱਤੀਆਂ ਜਾਂਦੀਆਂ ਨੇ ਔਰ ਇਹ ਆਫਿਸ ਦੇ ਵਿੱਚ ਪ੍ਰੈਜ਼ੀਡੈਂਟ ਆਫ ਅਮਰੀਕਾ ਦਾ ਚਾਰਜ ਲੈ ਲੈਂਦੇ ਨੇ। ਆਫਟਰ ਦੈਟ ਇਹ ਉਸ ਸਟਾਫ ਨੂੰ ਬਦਲ ਦੇਣਗੇ, ਜਿਹੜਾ ਲੀਗਲ ਸਟਾਫ ਹੈ, ਜਿੱਥੇ ਇਹ ਲੱਗਦੇ ਨੇ ਕਿ ਇਹ ਅਨਕੰਫਰਟੇਬਲ ਨੇ, ਜੋ ਇਹਨਾਂ ਦੇ ਅਗੇਂਸਟ ਇਹਨਾਂ ਨੂੰ ਲੱਗਦਾ, ਉਹਨੂੰ ਬਦਲ ਦੇਣਗੇ ਤਾਂ ਕੇਸ ਮਜ਼ਬੂਤ ਹੋਣ ਦੀ ਬਜਾਏ ਕਮਜ਼ੋਰ ਹੋ ਜਾਏਗਾ। ਜੋ ਇਹਨਾਂ ਦੇ ਅਗੇਂਸਟ ਬਣਦਾ, ਆਪਣੀ ਪਾਵਰ ਦਾ ਇਹ ਇਸਤੇਮਾਲ ਕਰਨਗੇ, ਜਿਹਨੂੰ ਐਕਸਪਰਟਸ ਕਹਿੰਦੇ ਨੇ ਬਲੱਡੀ ਮਿਸਯੂਜ਼ ਆਫ ਪਾਵਰ। ਮਤਲਬ ਇਹ ਤਮਾਮ ਗੱਲਾਂ ਸਾਹਮਣੇ ਆ ਰਹੀਆਂ ਨੇ। ਤਾਂ ਇਹ ਜਿਹੜੇ ਕ੍ਰਿਮੀਨਲ ਕੇਸਿਸ ਨੇ ਇਹਨਾਂ ਦੇ ਅਗੇਂਸਟ, ਇਹ ਇੱਕ ਵੀਕ ਪੁਆਇੰਟ ਸਾਬਿਤ ਹੋ ਰਿਹਾ। ਤੇ ਜੇ 26 ਨਵੰਬਰ ਨੂੰ ਕੇਸ ਦਾ ਫੈਸਲਾ ਇਹ ਆ ਜਾਂਦਾ ਕਿ ਇਹਨਾਂ ਨੂੰ ਸਜ਼ਾ ਹੁੰਦੀ ਹੈ, ਤਾਂ ਕੀ ਪ੍ਰੈਜ਼ੀਡੈਂਟ ਆਫ ਅਮਰੀਕਾ ਜੇਲ੍ਹ ਜਾਣਗੇ ਜੋ ਇਲੈਕਟ ਨੇ? ਇਹ ਵੀ ਸਾਰੀ ਡਿਬੇਟ ਬਣੀ ਹੋਈ ਹੈ ਕਿ ਇਹ ਫੈਸਲਾ ਕੀ ਬਣੇਗਾ, ਕਿਉਂਕਿ ਫਸਟ ਟਾਈਮ ਅਮਰੀਕਾ ਦੀ ਹਿਸਟਰੀ ਦੇ ਵਿੱਚ ਇਹ ਗੱਲ ਹੋ ਰਹੀ ਆ ਕਿ ਕੋਈ ਵੀ ਜੋ ਕੈਂਡੀਡੇਟ ਇਲੈਕਟ ਹੋ ਚੁੱਕਾ ਹੈ ਪ੍ਰੈਜ਼ੀਡੈਂਟ, ਉਹਦੇ ਖਿਲਾਫ ਇੱਦਾਂ ਚਾਰਜਸ ਨੇ ਔਰ ਉਹਨਾਂ ਦਾ ਫੈਸਲਾ ਆਉਣਾ ਬਾਕੀ ਹੈ। ਜਿੱਦਾਂ ਇਹ ਵੀ ਹਿਸਟਰੀ ਕ੍ਰੀਏਟ ਹੋਈ ਹੈ ਕਿ ਇੰਨੀ ਏਜ ਦਾ, ਪਹਿਲੀ ਵਾਰ 78 ਈਅਰਸ 올ਡ ਦਾ ਬੰਦਾ, ਕੋਈ ਇਨਸਾਨ ਕੋਈ ਬਣਿਆ ਹੈ ਪ੍ਰੈਜ਼ੀਡੈਂਟ ਆਫ ਅਮਰੀਕਾ। ਦਿਸ ਇਜ਼ ਆਲਸੋ ਪਾਰਟ ਆਫ ਹਿਸਟਰੀ। ਤਾਂ ਇਸੇ ਤਰ੍ਹਾਂ ਹੀ ਇਹ ਕੋਰਟ ਕੇਸਿਸ ਵੀ ਅ ਪਾਰਟ ਆਫ ਹਿਸਟਰੀ। ਸੋ ਇਹ ਚੀਜ਼ਾਂ ਯੂ ਟਰਨਸ ਦੀ ਗੱਲ ਬਾਰ-ਬਾਰ ਹੋ ਰਹੀ ਹੈ ਕਿ ਇਹ ਆਪਣੀ ਪਾਵਰ ਦਾ ਇਸਤੇਮਾਲ ਕਿੱਦਾਂ ਕਰਨਗੇ, ਜਾਂ ਫਿਰ ਇਹਨਾਂ ਨੂੰ ਪੂਰਾ ਵਿਸ਼ਵਾਸ ਹੈ ਕੌਨਸਟੀਟਿਊਸ਼ਨ ਆਫ ਅਮਰੀਕਾ ਦੇ ਵਿੱਚ, ਲਾਜ਼ ਦੇ ਵਿੱਚ, ਕਿ ਇਹਨਾਂ ਨੂੰ ਇਨਸਾਫ ਮਿਲੇਗਾ, ਇਨਸਾਫ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰਨਗੇ। ਸੋ ਇਹ ਵੀ ਇਹਨਾਂ ਵਾਸਤੇ ਇੱਕ ਪ੍ਰੀਖਿਆ ਹੈ, ਇਹ ਟੈਸਟ ਆ। ਐਕਸਪਰਟਸ ਦਾ ਇਹ ਵੀ ਮੰਨਣਾ, ਖੈਰ ਐਕਸਪਰਟਸ ਨੇ ਔਰ ਉਹ ਐਵੇਂ ਤਾਂ ਐਕਸਪਰਟਸ ਨਹੀਂ ਹੈਗੇ, ਉਹਨਾਂ ਕੋਲ ਗਿਆਨ ਹੈ, ਆਪਾਂ ਗੱਲ ਕਰ ਚੁੱਕੇ ਹਾਂ, ਬੜੀ ਘੋਖਦੇ ਨੇ ਹਰ ਚੀਜ਼ ਨੂੰ, ਕਿਉਂਕਿ ਸਭ ਤੋਂ ਇੰਪੋਰਟੈਂਟ ਹੈ ਸੋਸ਼ਲ ਫੈਬਰਿਕ। ਆਪਣੀ ਸੁਸਾਇਟੀ ਨੂੰ ਅਸੀਂ ਕੀ ਮੈਸੇਜ ਦਿੰਦੇ ਹਾਂ, ਕੀ ਇਮੇਜ ਬਣਾ ਕੇ ਦਿੰਦੇ ਹਾਂ, ਸੁਸਾਇਟੀ ਕੀ ਦੇਖਦੀ ਆ ਕਿ ਸਾਡਾ ਲੀਡਰ ਕਿੱਦਾਂ ਦਾ, ਕਿਸ ਕਰੈਕਟਰ ਦਾ ਮਾਲਕ ਆ। ਸੋ ਇਹ ਸਭ ਗੱਲਾਂ ਇੱਕ ਬੜਾ ਰਿਸਕੀ ਜਿਹਾ ਪੁਆਇੰਟ ਹੈ ਇਸ ਵਕਤ। ਇਹ 26 ਆਫ ਨਵੰਬਰ ਨੂੰ ਇਹ ਗੱਲਾਂ ਪਰਤਾਂ ਖੁੱਲ੍ਹਣੀਆਂ ਨੇ, ਉਸ ਤੋਂ ਬਾਅਦ ਪਤਾ ਲੱਗਣਾ ਕਿ ਇਹ ਗੱਲ ਕਿੱਧਰ ਨੂੰ ਜਾਂਦੀ ਆ। ਔਰ ਇਸ ਵਕਤ ਜੋ ਹਾਲਾਤ ਬਣੇ ਹੋਏ ਨੇ ਪੂਰੀ ਦੁਨੀਆ ਦੇ, ਇਹਨਾਂ ਹਾਲਾਤਾਂ ਦੇ ਵਿੱਚ ਡੋਨਲਡ ਟਰੰਪ ਦਾ ਸੈਕਿੰਡ ਟਾਈਮ ਬਣਨਾ ਪ੍ਰੈਜ਼ੀਡੈਂਟ ਆਫ ਅਮਰੀਕਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ
ਜਿੱਤ ਹੈ ਇੱਕ ਬਹੁਤ ਵੱਡੀ ਗੱਲ ਹੈ ਔਰ ਰਿਸਪੌਂਸਿਬਿਲਟੀ ਬਹੁਤ ਜ਼ਿਆਦਾ ਜ਼ਬਰਦਸਤ ਆ, ਕਿਉਂਕਿ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਅਮਰੀਕਾ ਦੇ ਵੱਲ ਬੜੀ ਉਮੀਦ ਭਰੀ ਨਜ਼ਰ ਨਾਲ ਦੇਖਦਾ ਹੈ, ਜਿੱਥੇ ਵਰਲਡ ਦੀਆਂ ਸਿਚੁਏਸ਼ਨਸ ਦੀ ਗੱਲ ਹੁੰਦੀ ਆ, ਵਰਲਡ ਪ੍ਰੋਬਲਮਸ ਦੀ ਗੱਲ ਹੁੰਦੀ ਆ, ਗਲੋਬਲ ਵਾਰਮਿੰਗ ਦੀ ਗੱਲ ਹੁੰਦੀ ਆ, ਕਲਾਈਮੇਟ ਚੇਂਜ ਦੀ ਗੱਲ ਹੁੰਦੀ ਆ। ਹੁਣ ਇਹ ਕਲਾਈਮੇਟ ਚੇਂਜ ਦੇ ਪ੍ਰਤੀ ਡੋਨਲਡ ਟਰੰਪ ਦੀਆਂ ਨੀਤੀਆਂ ਕੀ ਨੇ, ਇਹ ਵੀ ਗੱਲ ਸਾਹਮਣੇ ਆਉਣੀ ਹੈ। ਵਾਰਸ ਦੇ ਪ੍ਰਤੀ ਕੀ ਨੇ, ਇਹ ਵੀ ਗੱਲ ਸਾਹਮਣੇ ਆਉਣੀਆਂ ਨੇ, ਕਿਉਂਕਿ ਖਲਬਲੀ ਮੱਚੀ ਪਈ ਹੈ ਪੂਰੀ ਦੁਨੀਆ ਦੇ ਵਿੱਚ। ਦੈਟ ਇਜ਼ ਵਾਈ ਅਸੀਂ ਡੇ 1 ਤੋਂ ਆਪਣੇ ਪਲੇਟਫਾਰਮ ਤੋਂ ਇਹ ਗੱਲ ਕਹਿ ਰਹੇ ਹਾਂ ਕਿ ਇੱਕ ਪੋਲੀਟੀਕਲ ਸ਼ਿਫਟ ਹੋਣੀ ਹੈ, ਇੱਕ ਪੋਲੀਟੀਕਲ ਚੇਂਜ ਆਣੀ ਹੈ। ਇਹ ਐਵੇਂ ਇੱਕ ਸਧਾਰਨ ਘਟਨਾ ਨਹੀਂ ਹੈ ਕਿ ਅਮਰੀਕਾ ਦੀ ਧਰਤੀ ਦੇ ਉੱਤੇ ਕਈ ਇਲੈਕਸ਼ਨਸ ਹੋ ਗਈਆਂ ਔਰ ਇੱਕ ਪ੍ਰੈਜ਼ੀਡੈਂਟ ਬਣ ਗਏ। ਨੋ, ਇਹਦੇ ਰਿਜ਼ਲਟਸ ਬਹੁਤ ਦੂਰ ਤੱਕ ਨੇ। ਇਹਦੇ ਰਿਜ਼ਲਟਸ ਚਾਈਨਾ ਦੇ ਵਾਸਤੇ ਕੀ ਨੇ, ਇਹਦੇ ਰਿਜ਼ਲਟਸ ਇੰਡੀਆ ਵਾਸਤੇ ਕੀ ਨੇ, ਇਹਦੇ ਰਿਜ਼ਲਟਸ ਰਸ਼ੀਆ ਵਾਸਤੇ ਕੀ ਨੇ, ਇਹਦੇ ਰਿਜ਼ਲਟਸ ਈਰਾਨ ਵਾਸਤੇ ਕੀ ਨੇ। ਸਾਰੀਆਂ ਕੰਟਰੀਜ਼, ਤਮਾਮ ਕੰਟਰੀਜ਼ ਦੇਖੋ ਉਹਨਾਂ ਦੇ ਨਾਲ ਕੀ ਰਿਜ਼ਲਟਸ ਨੇ, ਫੋਰਨ ਪਾਲਿਸੀ ਕੀ ਬਣੇਗੀ, ਟ੍ਰੇਡ ਕਿੱਦਾਂ ਹੋਏਗਾ, ਕਿਆ ਟ੍ਰੇਡ ਵਾਰ ਸ਼ੁਰੂ ਹੋ ਜਾਏਗੀ, ਇੱਦਾਂ ਦੀਆਂ ਪਾਲਿਸੀਜ਼ ਬਣਾਉਣਗੇ ਡੋਨਲਡ ਟਰੰਪ। ਤਮਾਮ ਗੱਲਾਂ, ਕਿਉਂਕਿ ਇਸ ਵਕਤ ਮੁੱਠੀ ਬੰਦ ਹੈ, ਮੁੱਠੀ ਖੁੱਲੀ ਨਹੀਂ, ਔਰ ਅੰਦਾਜ਼ੇ ਨੇ ਤਮਾਮ ਤਰ੍ਹਾਂ ਦੇ। ਔਰ ਜਦੋਂ ਤੱਕ ਗੱਲ ਖੁੱਲ੍ਹ ਨਹੀਂ ਜਾਂਦੀ ਉਦੋਂ ਤੱਕ ਗੱਲ ਬਾਹਰ ਨਹੀਂ ਆਏਗੀ, ਕਿਉਂਕਿ ਜੇ ਆਪਾਂ ਗੱਲ ਖੋਲ੍ਹਣ ਦੀ ਗੱਲ ਕਰੀਏ ਤਾਂ ਇੱਥੇ ਫਿਰ ਯੂਕਰੇਨ ਦੀ ਵਾਰ ਦੀ ਗੱਲ ਆ ਜਾਂਦੀ ਆ। ਯੂਕਰੇਨ ਦੀ ਵਾਰ ਨੂੰ ਇਹ ਕਹਿੰਦੇ ਨੇ ਕਿ ਮੈਂ ਕੁਝ ਸਮੇਂ ਦੇ ਵਿੱਚ ਹੀ ਹੱਲ ਕਰ ਦੇਵਾਂਗਾ, ਇਹ ਸਾਰੇ ਮਸਲੇ ਖਤਮ ਕਰ ਦੇਵਾਂਗਾ, ਕਿਉਂਕਿ ਇੱਥੇ ਕਿਤੇ ਨਾ ਕਿਤੇ ਜ਼ੈਲੈਂਸਕੀ ਨੂੰ ਆਪਣੀ ਫਿਕਰ ਪੈ ਜਾਂਦੀ ਹੈ ਕਿ ਕਿਤੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਵੱਲੋਂ ਮੈਨੂੰ ਸਪੋਰਟ ਮਿਲਣੀ ਵਾਪਸ ਹੋ ਗਈ, ਦੈਨ ਮੈਂ ਕੀ ਕਰਾਂਗਾ, ਰਾਈਟ। ਔਰ ਯੂਕਰੇਨ ਦੇ ਪ੍ਰੈਜ਼ੀਡੈਂਟ ਮਿਲ ਕੇ ਵੀ ਗਏ ਡੋਨਲਡ ਟਰੰਪ ਨੂੰ, ਆਪਣੀ ਵਿਕਟਰੀ ਪਲਾਨ ਡਿਸਕਸ ਵੀ ਕਰਕੇ ਗਏ। ਨਾਓ ਲੈਟ ਅਸ ਸੀ ਕੀ ਬਣਦਾ, ਕਿਉਂਕਿ ਯੂਕਰੇਨ ਦੇ ਪ੍ਰੈਜ਼ੀਡੈਂਟ ਇਹ ਕਹਿੰਦੇ ਨੇ ਕਿ ਮੈਂ ਪੁਤਿਨ ਨੂੰ ਕੋਈ ਪੋਲੀਟੀਕਲ ਸਪੇਸ ਵੀ ਨਹੀਂ ਦੇਣੀ ਤੇ ਮਿਲਟਰੀ ਦੀ ਪੂਰੀ ਪਾਵਰ ਮੈਨੂੰ ਦਿਓ, ਮੈਂ ਇਸਤੇਮਾਲ ਕਰਾਂ, ਕਿਉਂਕਿ ਇਹ ਜੰਗ ਦੋ ਫਰੰਟਸ ਤੇ ਹੋ ਰਹੀ ਆ, ਪੋਲੀਟੀਕਲੀ ਵੀ ਹੋ ਰਹੀ ਆ ਤੇ ਜਿਹੜੀ ਜੰਗ ਮੈਦਾਨ ਦੇ ਵਿੱਚ ਮਿਲਟਰੀ ਲੜਦੀ ਆ ਉਹ ਵੀ ਹੋ ਰਹੀ ਹੈ। ਸੋ ਪੋਲੀਟੀਕਲ ਸਪੇਸ ਦੇਣਾ ਨਹੀਂ ਚਾਹੁੰਦੇ, ਕਿਉਂਕਿ ਜੇ ਪੋਲੀਟੀਕਲ ਸਪੇਸ ਪੁਤਿਨ ਨੂੰ ਦਿੱਤੀ ਗਈ ਇੰਟਰਨੈਸ਼ਨਲ ਪਲੇਟਫਾਰਮ ਦੇ ਉੱਤੇ ਤਾਂ ਇਹ ਵਾਰ ਹੋਰ ਲੰਬੀ ਹੋ ਸਕਦੀ ਹੈ ਔਰ ਯੂਕਰੇਨ ਦੇ ਖਿਲਾਫ ਹੋਰ ਜ਼ਿਆਦਾ ਪਾਵਰਫੁਲ ਅਟੈਕਸ ਹੋ ਸਕਦੇ ਨੇ। ਇਹ ਜ਼ੈਲੈਂਸਕੀ ਦੀ ਵਿਕਟਰੀ ਪਲਾਨ ਦਾ ਹਿੱਸਾ ਹੈ। ਇਸ ਕਰਕੇ ਉਹ ਲੌਂਗ ਰੇਂਜ ਵੈਪਨਸ ਦੀ ਇਸਤੇਮਾਲ ਦੀ ਇਜਾਜ਼ਤ ਮੰਗਦੇ ਰਹੇ ਨੇ ਜੋ ਬਾਈਡਨ ਕੋਲੋਂ, ਔਰ ਉਹਨਾਂ ਨੇ ਇਹ ਇਜਾਜ਼ਤ ਨਹੀਂ ਦਿੱਤੀ, ਕਿਉਂਕਿ ਐਕਸਪਰਟਸ ਜੋ ਇੰਟੈਲੀਜੈਂਸ ਸਰਵਿਸਿਜ਼ ਨੇ ਅਮਰੀਕਾ ਦੀ, ਉਹ ਮੰਨਦੇ ਨੇ ਕਿ ਜੇ ਯੂਕਰੇਨ ਨੂੰ ਇਹ ਇਜਾਜ਼ਤ ਦਿੱਤੀ ਗਈ ਤਾਂ ਇਹ ਵਰਲਡ ਕੌਨਫਲਿਕਟ ਬਣ ਸਕਦੀ ਹੈ, ਪੂਰੀ ਦੁਨੀਆ ਦੀ ਜੰਗ ਬਣ ਸਕਦੀ ਹੈ, ਬਹੁਤ ਦੂਰ ਤੱਕ ਜਾ ਸਕਦੀ ਹੈ, ਕਿਉਂਕਿ ਰੈੱਡ ਲਾਈਟ ਏਰੀਆ ਜੋ ਹੈ, ਰੈੱਡ ਲਾਈਨ ਜੋ ਹੈ, ਉਸ ਨੂੰ ਕ੍ਰਾਸ ਕਰ ਜਾਣਗੇ ਯੂਕਰੇਨ ਦੇ ਸੋਲਜਰਸ, ਔਰ ਫਿਰ ਪੁਤਿਨ ਦੀ ਜੋ ਮਾਸਕੋ ਵਾਰ ਮਸ਼ੀਨ ਹੈ ਉਹਨੂੰ ਕੋਈ ਨਹੀਂ ਰੋਕ ਸਕੇਗਾ, ਫਿਰ ਗੱਲ ਕਿਸੇ ਹੋਰ ਪਾਸੇ ਨਿਕਲ ਜਾਏਗੀ। ਉਧਰ ਕੋਰੀਆ ਦਾ ਵੀ ਇਨਵੋਲਵਮੈਂਟ ਨਾਲ ਹੋ ਰਿਹਾ ਹੈ, ਉਹਦੀ ਵੀ ਫੋਰਸਿਸ ਰਸ਼ੀਆ ਦੀ ਸਪੋਰਟ ਵਾਸਤੇ ਪਹੁੰਚ ਚੁੱਕੀਆਂ ਨੇ। ਸੋ ਇਹ ਯੂਕਰੇਨ ਦੀ ਸਥਿਤੀ ਬਣੀ ਹੋਈ ਹੈ ਇਸ ਵਕਤ। ਸੋ ਜੋ ਟਰੰਪ ਦੀ ਰਿਟਰਨ ਹੈ ਨਾ, ਇਹ ਰਿਟਰਨ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਜ਼ਬਰਦਸਤ ਚੀਜ਼ ਹੈ। ਔਰ ਅਸੀਂ ਦੇਖਦੇ ਹਾਂ ਕਿ ਜਨਵਰੀ ਦੇ ਵਿੱਚ ਇਸੇ ਸਾਲ 2024 ਦੇ ਵਿੱਚ ਜਦੋਂ ਜੋ ਬਾਈਡਨ ਪਿੱਛੇ ਹਟਣ ਦੀ ਗੱਲ ਹੁੰਦੀ ਆ, ਇਹ ਸਾਰੀਆਂ ਗੱਲਾਂ ਤਮਾਮ ਗੱਲਾਂ ਸਾਹਮਣੇ ਆਉਂਦੀਆਂ ਨੇ, ਔਰ ਉੱਥੇ ਇਹ ਵੀ ਗੱਲ ਹੁੰਦੀ ਆ ਕਿ ਟਰੰਪ ਡੈਮੋਕ੍ਰੇਸੀ ਨੂੰ ਸੈਕਰੀਫਾਈਸ ਕਰਨਾ ਚਾਹੁੰਦੇ ਨੇ, ਕਿਉਂਕਿ ਜੋ ਬਾਈਡਨ ਦੀ ਜਨਵਰੀ ਤੋਂ ਗੱਲ ਆਪਾਂ ਇਸ ਕਰਕੇ ਲੈ ਰਹੇ ਹਾਂ ਕਿਉਂਕਿ ਉਹਨਾਂ ਦੀ ਸਿਹਤ ਦੇ ਉੱਤੇ, ਉਹਨਾਂ ਦੀ ਮੈਮੋਰੀ ਦੇ ਉੱਤੇ, ਹੈ ਨਾ, ਉਹਨਾਂ ਦੀ ਪਰਫਾਰਮੈਂਸ ਦੇ ਉੱਤੇ ਇਹ ਤਮਾਮ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ ਸੀ। ਔਰ ਕਈ ਲੋਕਾਂ ਨੇ ਮਜ਼ਾਕ ਵੀ ਉਡਾਇਆ, ਜੋ ਕਿ ਨਹੀਂ ਉਡਾਉਣਾ ਚਾਹੀਦਾ, ਕਿਉਂਕਿ ਇੱਕ ਬਜ਼ੁਰਗ ਨੇ ਔਰ ਉਮਰ ਦਾ ਤਕਾਜ਼ਾ ਹੈ, ਔਰ ਉਸ ਬਜ਼ੁਰਗ ਦਾ ਇੱਦਾਂ ਮਜ਼ਾਕ ਨਹੀਂ ਉਡਾਉਣਾ ਚਾਹੀਦਾ, ਕਿਉਂਕਿ ਸਾਡੇ ਪਰਿਵਾਰਾਂ ਦੇ ਵਿੱਚ ਵੀ ਬਜ਼ੁਰਗ ਹੈਗੇ ਨੇ। ਸੋ ਇਸ ਕਰਕੇ ਇਹ ਚੀਜ਼ ਤੇ ਡਾਈਜੈਸਟ ਨਹੀਂ ਕੀਤੀ ਜਾ ਸਕਦੀ ਕਿ ਮਜ਼ਾਕ ਉਡਾਉਣਾ ਜਾਇਜ਼ ਹੈ। ਬਾਕੀ ਦੂਜੀ ਗੱਲ ਕਿ ਜਦੋਂ ਗੱਲ ਹੋਈ ਡੈਮੋਕ੍ਰੇਸੀ ਦੀ, ਤਾਂ ਟਰੰਪ ਦੇ ਉੱਤੇ ਇਹ ਹਮੇਸ਼ਾ ਇਲਜ਼ਾਮ ਲੱਗਦਾ ਰਿਹਾ ਔਰ ਇਸ ਨੂੰ ਐਂਡੋਰਸ ਵੀ ਕੀਤਾ ਜੋ ਬਾਈਡਨ ਨੇ ਕਿ ਡੈਮੋਕ੍ਰੇਸੀ ਨੂੰ ਉਹ ਸੈਕਰੀਫਾਈਸ ਕਰਨਾ ਚਾਹੁੰਦੇ ਨੇ ਦੁਬਾਰਾ ਪਾਵਰ ਦੇ ਵਿੱਚ ਆਉਣ ਵਾਸਤੇ। ਔਰ ਇੱਥੇ ਬਾਰ-ਬਾਰ ਉਸ ਘਟਨਾ ਦਾ ਜ਼ਿਕਰ ਹੋਇਆ ਜੋ 2020 ਦੀ ਘਟਨਾ ਹੈ, ਕੈਪੀਟਲ ਹਿੱਲ ਦੀ ਘਟਨਾ, ਉਹ ਅਸੀਂ ਸਾਰੇ ਜਾਣਦੇ ਹਾਂ, ਉਹਨੂੰ ਰਿਪੀਟ ਕਰਨ ਦੀ ਲੋੜ ਨਹੀਂ। ਸੋ ਇਹ ਹਾਲਾਤ ਬਣਨੇ ਸ਼ੁਰੂ ਹੋਏ ਸੀ ਔਰ ਐਕਸਪਰਟਸ ਇਹ ਗੱਲ ਕਹਿੰਦੇ ਨੇ ਕਿ ਇਹ ਸਾਰੇ ਹਾਲਾਤ ਬਣੇ, ਡੋਨਲਡ ਟਰੰਪ ਨੂੰ ਐਕਸਪੋਜ਼ ਕਰਨ ਦੀ ਕੋਸ਼ਿਸ਼ ਕੀਤੀ ਵੀ ਗਈ, ਔਰ ਅਮਰੀਕਨਸ ਇਹ ਵੀ ਜਾਣਦੇ ਨੇ ਕਿ ਡੋਨਲਡ ਟਰੰਪ ਦਾ ਪਿਛੋਕੜ ਕੀ ਹੈ, ਉਹਨਾਂ ਦਾ ਵਿਵਹਾਰ ਕਿੱਦਾਂ ਦਾ ਹੈ, ਉਹਨਾਂ ਦਾ ਟੈਂਪਰਾਮੈਂਟ ਕਿੱਦਾਂ ਦਾ ਹੈ, ਲੇਡੀਜ਼ ਦੇ ਪ੍ਰਤੀ ਵੀ ਉਹਨਾਂ ਦੀਆਂ ਤਮਾਮ ਗੱਲਾਂ ਸਾਹਮਣੇ ਆਉਂਦੀਆਂ ਨੇ, ਔਰ ਬਾਕੀ ਵੀ ਅਸੀਂ ਸਭ ਜਾਣਦੇ ਹਾਂ, ਉਹਨਾਂ ਨੂੰ ਰਿਪੀਟ ਕਰਨ ਦੀ ਜ਼ਰੂਰਤ ਨਹੀਂ ਹੈ। ਸੋ
ਇਹ ਸਭ ਗੱਲਾਂ ਜਾਣਨ ਦੇ ਬਾਵਜੂਦ ਵੀ ਡੋਨਲਡ ਟਰੰਪ ਨੂੰ ਵੋਟ ਪਾਈ ਜਾਂਦੀ ਹੈ। ਡੋਨਲਡ ਟਰੰਪ ਨੂੰ 47th ਪ੍ਰੈਜ਼ੀਡੈਂਟ ਆਫ ਅਮਰੀਕਾ ਬਣਾ ਕੇ ਸੈਕੰਡ ਟਾਈਮ ਵਾਈਟ ਹਾਊਸ ਦੇ ਵਿੱਚ ਭੇਜਿਆ ਜਾਂਦਾ। ਵਾਈ? ਕਿਉਂ? ਸਭ ਕੁਝ ਜਾਣਦੇ ਹੋਏ ਵੀ। ਹੁਣ ਜੇ ਕਰ ਦਿੱਤਾ ਹੈ ਤਾਂ ਹੁਣ ਪ੍ਰਿਪੇਅਰ ਹੋ ਜਾਓ। ਹੁਣ ਤਾਂ ਹੋ ਗਿਆ। ਹੁਣ ਕਿੱਦਾਂ ਵਾਸ਼ਿੰਗਟਨ ਆਪਣੇ ਆਪ ਨੂੰ ਤਿਆਰ ਕਰ ਰਿਹਾ 2.0 ਵਾਸਤੇ, ਜੋ ਡੋਨਲਡ ਟਰੰਪ ਦੀ ਗੇਮ ਹੈ, ਜੋ ਡੋਨਲਡ ਟਰੰਪ ਦਾ ਹੁਣ ਸਮਾਂ ਹੈ, ਉਹਦੇ ਵਾਸਤੇ ਕਿੱਦਾਂ ਪ੍ਰੈਪਰੇਸ਼ਨ ਕਰੇਗਾ ਅਮਰੀਕਾ, ਵਾਸ਼ਿੰਗਟਨ, ਐਵਰੀਬਾਡੀ ਜੋ ਵੀ ਅਮਰੀਕਨ ਹੈ, ਅਮਰੀਕਾ ਦੇ ਵਿੱਚ ਰਹਿੰਦਾ, ਔਰ ਨਾਲ ਪੂਰੀ ਦੁਨੀਆ ਦੇ ਲੋਕ। ਕਿਉਂ? ਕਿਉਂਕਿ ਇਫੈਕਟ ਪੈਣਾ ਹੈ ਪਾਲਿਸੀਜ਼ ਦਾ, ਇਫੈਕਟ ਪੈਣਾ ਹੈ ਟ੍ਰੇਡ ਦਾ, ਹਰ ਚੀਜ਼ ਦਾ ਇਫੈਕਟ ਪੈਣਾ। ਤੋ ਹੁਣ ਜਦੋਂ ਉਹਨਾਂ ਨੂੰ ਬਣਾ ਦਿੱਤਾ ਪ੍ਰੈਜ਼ੀਡੈਂਟ ਆਫ ਅਮਰੀਕਾ, ਨਾਓ ਹੁਣ ਅੱਗੇ ਦੇਖੋ ਕੀ ਕਰਨਾ ਹੈ। ਤੁਸੀਂ ਕੀ ਚਾਹੁੰਦੇ ਹੋ ਕਿ ਕਿੱਦਾਂ ਉਹ ਅਮਰੀਕਾ ਨੂੰ ਟਰਾਂਸਫਾਰਮ ਕਰਦੇ ਨੇ ਔਰ ਉਹਦਾ ਅਸਰ ਪੂਰੀ ਦੁਨੀਆ ਦੇ ਉੱਤੇ ਕੀ ਹੁੰਦਾ, ਕਿਉਂਕਿ ਉਹਨਾਂ ਦਾ ਏਜੰਡਾ ਹੈ ਅਮਰੀਕਾ ਫਸਟ। ਹੁਣ ਇਹ ਗੱਲਾਂ ਜਦੋਂ ਸਾਹਮਣੇ ਆਉਂਦੀਆਂ ਨੇ, ਨਾਲ ਲੀਡਰਸ, ਹੜ੍ਹ ਆਇਆ ਹੋਇਆ, ਕੰਗ੍ਰੈਚੁਲੇਸ਼ਨਸ, ਹੜ੍ਹ ਆਇਆ ਹੋਇਆ, ਵਧਾਈਆਂ, ਆਉਂਦਾ ਹੀ ਹੈ। ਕਿਉਂਕਿ ਜੇ ਫਸਟ ਸਿਟੀਜ਼ਨ ਆਫ ਅਮਰੀਕਾ ਨੇ ਤਾਂ ਦੁਨੀਆ ਦੀ ਸਭ ਤੋਂ ਪਾਵਰਫੁਲ ਪੋਸਟ ਵੀ ਤਾਂ ਹੈਗੀ ਹੈ ਨਾ, ਪ੍ਰੈਜ਼ੀਡੈਂਟ ਆਫ ਅਮਰੀਕਾ ਦੀ, ਤਾਂ ਵਧਾਈਆਂ ਤਾਂ ਆਉਣੀਆਂ ਹੀ ਨੇ। ਤੇ ਨਾਲ ਅੰਦਰੋਂ ਇੱਕ ਡਰ ਵੀ ਹੈਗਾ, ਡਰ ਵੀ ਹੈ ਹਰੇਕ ਨੂੰ ਕਿ ਦੇਖੋ ਹੁਣ ਕੀ ਬਣਦਾ ਹੈ, ਕਿਉਂਕਿ ਚੁਣੌਤੀਆਂ ਕਈ ਨੇ ਔਰ ਹਰ ਬੰਦਾ ਆਪਣੀਆਂ ਅੱਖਾਂ ਲਾ ਕੇ, ਆਪਣੇ ਕੰਨ ਲਾ ਕੇ, ਮਤਲਬ ਆਪਣੀਆਂ 5 ਸੈਂਸਿਸ ਲਾ ਕੇ ਦੇਖਦਾ ਪਿਆ, ਸੁੰਘਣ ਦੀ ਵੀ ਕੋਸ਼ਿਸ਼ ਕਰਦਾ ਪਿਆ। ਕਈ ਵਾਰ ਸਿਚੁਏਸ਼ਨ ਦਿਖਦੀ ਨਹੀਂ ਹੈ, ਸੁਣਦੀ ਨਹੀਂ, ਸਮੈਲ ਕੀਤੀ ਜਾਂਦੀ ਆ। ਉਹ ਵੀ ਪੂਰੇ ਵਰਲਡ ਲੀਡਰਸ ਤਿਆਰ ਬੈਠੇ ਨੇ ਔਰ ਪੂਰੀ ਤਰ੍ਹਾਂ ਮੁਸਤੈਦ ਹੋ ਕੇ ਦੇਖਦੇ ਪਏ ਨੇ ਕਿ ਕੀ ਹੋਣ ਵਾਲਾ ਹੈ। ਔਰ ਇਸ਼ੂਜ਼ ਜਿਹੜੇ ਨੇ, ਮਿਡਲ ਈਸਟ, ਯੂਕਰੇਨ, ਟੈਰਿਫਸ, ਕਲਾਈਮੇਟ ਚੇਂਜ, ਇਹ ਵਰਲਡ ਕਮਿਊਨਿਟੀ ਦੇਖਦੀ ਪਈ ਹੈ, ਜਿਹਦੇ 'ਚ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨਸ ਹਮੇਸ਼ਾ ਆਪਾਂ ਗੱਲ ਕਰਦੇ ਹਾਂ ਉਹਨਾਂ ਦੀ। ਸੋ ਇਹ ਸਾਰੇ ਇਸ਼ੂਜ਼ ਨੇ ਜਿਨ੍ਹਾਂ ਉੱਤੇ ਉਹ ਡੋਨਲਡ ਟਰੰਪ ਦੀ ਰਿਐਕਸ਼ਨ ਚਾਹੁੰਦੇ ਨੇ, ਡੋਨਲਡ ਟਰੰਪ ਦੀਆਂ ਪਾਲਿਸੀਜ਼ ਬਾਰੇ ਜਾਣਨਾ ਚਾਹੁੰਦੇ ਨੇ, ਕਿਉਂਕਿ ਇਹ ਸਾਰੇ ਮੁੱਦੇ G20 ਦੀ ਜਿਹੜੀ ਸਮਿਟ ਹੋਣੀ ਹੈ ਥੋੜ੍ਹੇ ਦਿਨਾਂ ਦੇ ਵਿੱਚ ਬ੍ਰਾਜ਼ਿਲ ਦੇ ਵਿੱਚ, ਇਸੇ ਮਹੀਨੇ ਦੇ ਐਂਡ ਦੇ ਵਿੱਚ ਜਾ ਕੇ, ਨਵੰਬਰ ਦੇ ਵਿੱਚ ਹੀ ਐਂਡ ਦੇ ਵਿੱਚ। ਸੋ ਬ੍ਰਾਜ਼ਿਲ ਦੇ ਵਿੱਚ ਜਿਹੜੀ G20 ਦੀ ਸਮਿਟ ਹੋਣੀ ਹੈ, ਉਹਦੇ ਵਿੱਚ ਵੀ ਇਹੀ ਮੁੱਦੇ ਡਿਸਕਸ ਕੀਤੇ ਜਾਣੇ ਨੇ। ਔਰ ਅਸੀਂ ਤਾਂ ਜਾਣਦੇ ਹਾਂ ਕਿ ਜਨਵਰੀ ਦੇ ਵਿੱਚ 2025 ਦੇ ਵਿੱਚ ਇਹ ਸਾਰੀ ਉਹਨਾਂ ਦੀ ਕਾਰਵਾਈ ਸ਼ੁਰੂ ਹੋਣੀ, ਜਦੋਂ ਉਹਨਾਂ ਨੇ ਚਾਰਜ ਲੈ ਲੈਣਾ ਜਾ ਕੇ ਵਾਈਟ ਹਾਊਸ ਦੇ ਵਿੱਚ ਪ੍ਰੈਜ਼ੀਡੈਂਟ ਆਫ ਅਮਰੀਕਾ ਦਾ। ਉਸ ਤੋਂ ਬਾਅਦ ਹੀ ਸਾਰੀ ਗੱਲ ਖੁੱਲ੍ਹੇਗੀ, ਪਰ ਉਸ ਤੋਂ ਪਹਿਲਾਂ ਕੁਝ ਨਾ ਕੁਝ ਉਹਨਾਂ ਵੱਲੋਂ ਸੁਣਨਾ ਚਾਹੁੰਦੀ ਹੈ ਪੂਰੀ ਵਰਲਡ ਕਮਿਊਨਿਟੀ ਇਹਨਾਂ ਮੁੱਦਿਆਂ ਦੇ ਉੱਤੇ। ਮਿਡਲ ਈਸਟ ਟੂ ਯੂਕਰੇਨ, ਵਾਈਡ ਰੇਂਜਿੰਗ ਟੈਰਿਫਸ, ਜਿਹੜੇ ਟੈਕਸ ਕੱਟਸ ਐਂਡ ਟੈਰਿਫਸ ਦੀ ਗੱਲ ਕਰਦੇ ਹਾਂ, ਐਂਡ ਦ ਕਲਾਈਮੇਟ ਚੇਂਜ। ਸੋ ਇਹ ਮੁੱਦਿਆਂ ਦੇ ਉੱਤੇ ਉਹਨਾਂ ਦੀ ਪ੍ਰਤੀਕਿਰਿਆ ਜਾਣਨਾ ਚਾਹੁੰਦੀ ਆ। ਔਰ ਅਸੀਂ ਇੱਕ ਹੋਰ ਚੀਜ਼ ਵੀ ਦੇਖਦੇ ਹਾਂ, ਜਦੋਂ ਆਪਾਂ ਯੰਗਸਟਰਸ ਦੀ ਗੱਲ ਕੀਤੀ, ਯੰਗ ਵੋਟਰਸ ਦੀ ਗੱਲ ਕੀਤੀ, ਜਿਨ੍ਹਾਂ ਨੂੰ ਅਮਰੀਕਾ ਦੇ ਵਿੱਚ ਖਾਸ ਤਵੱਜੋ ਦਿੱਤੀ ਗਈ ਡੋਨਲਡ ਟਰੰਪ ਦੀਆਂ ਕੈਂਪੇਨਸ ਦੇ ਵਿੱਚ, ਕਿਉਂਕਿ ਉਹ ਜਾਣਦੇ ਨੇ ਕਿ ਯੂਥ ਨੂੰ ਕਿੱਦਾਂ ਆਪਣੇ ਵੱਲ ਲੈ ਕੇ ਆਉਣਾ ਹੈ। ਤਾਂ ਉਹ ਸਾਰੀ ਕਵਾਇਦ ਦੇ ਵਿੱਚ ਅਸੀਂ ਕਿਤੇ ਨਾ ਕਿਤੇ ਦੇਖਦੇ ਹਾਂ ਕਿ ਜਿਹੜਾ ਟ੍ਰੈਡੀਸ਼ਨਲ ਮੀਡੀਆ ਹੈ ਉਹ ਕਮਜ਼ੋਰ ਪੈਂਦਾ ਹੈ ਅਤੇ ਜਿਹੜਾ ਸੋਸ਼ਲ ਮੀਡੀਆ ਹੈ ਉਹ ਸਟਰੋਂਗ ਹੁੰਦਾ ਹੈ। ਪੋਡਕਾਸਟ ਐਕਸਪਲੋਡ ਕਰਦੇ ਨੇ, ਪੋਡਕਾਸਟ, ਇੰਟਰਵਿਊਜ਼, ਹੈ ਨਾ, ਥਾਂ ਦੇ ਉੱਤੇ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਪੋਲੀਟੀਕਲ ਲੀਡਰਸ ਜਾ ਕੇ ਆਪਣੀ ਗੱਲਬਾਤ ਰੱਖਦੇ ਨੇ, ਕਿਉਂਕਿ ਉਹਨਾਂ ਨੂੰ ਯੰਗ ਜਨਰੇਸ਼ਨ ਦੇਖਦੀ ਆ। ਟ੍ਰੈਡੀਸ਼ਨਲ ਮੀਡੀਆ ਦੇ ਨਾਲ ਇੰਨੀ ਨਹੀਂ ਜੁੜੀ ਹੋਈ ਜਿੰਨੀ ਸੋਸ਼ਲ ਮੀਡੀਆ ਦੇ ਨਾਲ ਜੁੜੀ ਹੋਈ ਆ। ਟਿਕਟੌਕ ਨਿਊਜ਼, ਹੁਣ ਇਹ ਕਿਹਨੇ ਸੋਚਿਆ ਸੀ? ਟਿਕਟੌਕ ਨਿਊਜ਼, CNN, BBC, ਜਿਹੜੇ ਵੱਡੇ ਚੈਨਲ, ਐਂਡ ਟਿਕਟੌਕ ਨਿਊਜ਼। ਸੋ ਹੁਣ ਇਹ ਜਿਹੜੀ ਚੇਂਜ ਆ, ਉਸ ਨੂੰ ਕਿੱਦਾਂ ਡੋਨਲਡ ਟਰੰਪ ਆਪਣੇ ਵੱਲ ਲੈ ਕੇ ਆਏ ਨੇ। ਐਂਡ ਆਫ ਕੋਰਸ ਇਹਦੇ ਵਿੱਚ ਡਿਸਇਨਫੋਰਮੇਸ਼ਨ ਵੀ ਹੈ, ਗਲਤ ਜਾਣਕਾਰੀ ਵੀ ਹੈ, ਝੂਠ ਵੀ ਹੈ, ਉਹਦਾ ਵੀ ਮਿਕਸਚਰ ਹੈਗਾ। ਕੋਈ ਆਥੈਂਟਿਕ ਸੋਰਸ ਥੋੜ੍ਹਾ ਹੈ ਹੁਣ ਜਿਹੜੀਆਂ ਇਹ ਨਿਊਜ਼ ਸਾਰੀਆਂ ਚੱਲਦੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ। BBC, CNN ਕੁਝ ਹੋਰ ਚੀਜ਼ ਹੈ, ਵੱਡੇ ਵੱਡੇ ਪਲੇਟਫਾਰਮਸ ਕੁਝ ਹੋਰ ਚੀਜ਼ ਆ। ਨਿਊਯਾਰਕ ਟਾਈਮਸ ਹੋ ਗਿਆ, ਵਾਸ਼ਿੰਗਟਨ ਪੋਸਟ ਹੋ ਗਈ, ਵਾਲ ਸਟਰੀਟ ਜਰਨਲ ਹੋ ਗਈ, ਮਤਲਬ ਦ ਗਾਰਡੀਅਨ, ਫਾਈਨੈਂਸ਼ੀਅਲ ਟਾਈਮਸ, ਇਹ ਦੁਨੀਆ ਦੇ ਨਿਊਜ਼ਪੇਪਰ ਨੇ ਔਰ ਇਹ ਮੀਡੀਆ ਹਾਊਸਿਸ ਨੇ। ਹੁਣ ਇੱਥੇ ਸੋਸ਼ਲ ਮੀਡੀਆ। ਸੋ ਨਿਊ ਮੀਡੀਆ ਐਂਡ ਪੋਲਿਟਿਕਸ, ਟ੍ਰੈਡੀਸ਼ਨਲ ਮੀਡੀਆ ਐਂਡ ਪੋਲਿਟਿਕਸ, ਇਸ ਦਾ ਆਪਣਾ ਜਾਦੂ ਰਿਹਾ ਔਰ ਇਹਨੇ ਵੀ ਆਪਣਾ ਰੋਲ ਅਦਾ ਕੀਤਾ। ਔਰ ਇਸੇ ਕਰਕੇ ਯੰਗ ਜਨਰੇਸ਼ਨ, ਯੰਗ ਵੋਟਰਸ ਨੂੰ ਧਿਆਨ 'ਚ ਰੱਖ ਕੇ
ਕਿੱਦਾਂ ਦੀਆਂ ਪਾਲਿਸੀਜ਼ ਡਿਜ਼ਾਈਨ ਹੋਣਗੀਆਂ। ਡੋਨਲਡ ਟਰੰਪ ਵੱਲੋਂ ਇਹ ਇੱਕ ਖਾਸ ਮੁੱਦਾ ਹੈ ਜੋ ਯੰਗ ਜਨਰੇਸ਼ਨ ਦੇ ਦਿਮਾਗ ਦੇ ਵਿੱਚ ਚੱਲਦਾ ਪਿਆ ਕਿ ਅਸੀਂ ਤੁਹਾਨੂੰ ਜਿਤਾ ਦਿੱਤਾ, ਹੁਣ ਸਾਨੂੰ ਕੀ ਲੱਭਣਾ ਹੈ। ਔਰ ਨਾਲ ਅਸੀਂ ਇਕਨੋਮੀ ਦੀ ਵੀ ਗੱਲ ਕਰਦੇ ਹਾਂ ਕਿ ਅਮਰੀਕਾ ਦੇ ਜੋ ਸੈਂਟਰਲ ਬੈਂਕ ਨੇ ਅਨਾਉਂਸ ਕੀਤਾ ਹੈ ਅ ਕੁਆਟਰ ਪੁਆਇੰਟ ਰੇਟ ਕੱਟ, ਉਹ ਡਾਊਨ ਕੀਤਾ ਹੈ 4.5%, 4.75% ਤੋਂ, ਔਰ ਇਹ ਸੈਕਿੰਡ ਟਾਈਮ ਕੀਤਾ ਹੈ ਫੈਡਰਲ ਰਿਜ਼ਰਵ ਨੇ ਇੰਟਰਸਟ ਰੇਟ ਨੂੰ ਕੱਟ ਕੀਤਾ ਹੈ। ਔਰ ਉਹਦੇ ਸਾਹਮਣੇ ਰਹੀ ਹੈ ਮਹਿੰਗਾਈ, ਇਨਫਲੇਸ਼ਨ, ਉਹਦੇ ਸਾਹਮਣੇ ਰਿਹਾ ਹੈ ਜੌਬ ਮਾਰਕੀਟ। ਸੋ ਟਰੰਪ ਪ੍ਰੈਜ਼ੀਡੈਂਸੀ ਇਸ ਨੂੰ ਕਿੱਦਾਂ ਕਵਰ ਕਰੇਗੀ, ਇਹ ਵੀ ਦੇਖਣ ਵਾਲੀ ਗੱਲ ਹੋਏਗੀ। ਔਰ ਮਹਿੰਗਾਈ ਦੀ ਗੱਲ ਨੂੰ ਜਦੋਂ ਆਪਾਂ ਲੈ ਕੇ ਚੱਲਦੇ ਹਾਂ ਤਾਂ ਫਿਰ ਉਹ ਗੱਲ ਆਉਂਦੀ ਆ ਕਿ ਜਦੋਂ ਟੈਕਸ ਕੱਟਸ ਦੀ ਗੱਲ ਹੁੰਦੀ ਹੈ, ਟੈਰਿਫਸ ਦੀ ਗੱਲ ਹੁੰਦੀ ਆ, ਤੇ ਨਾਲ ਫਿਰ ਮਹਿੰਗਾਈ ਦੀ ਵੀ ਗੱਲ ਹੋਣੀ ਜ਼ਰੂਰੀ ਹੈ। ਜਦੋਂ ਅਸੀਂ ਕਹਿੰਦੇ ਹਾਂ ਕਿ 1.30 ਕਰੋੜ ਲੋਕਾਂ ਨੂੰ ਅਸੀਂ ਡਿਪੋਰਟ ਕਰ ਦੇਣਾ ਜਿਹੜੇ ਇਲੀਗਲ ਤੌਰ ਦੇ ਉੱਤੇ ਅਮਰੀਕਾ ਦੀ ਧਰਤੀ ਦੇ ਉੱਤੇ ਰਹਿੰਦੇ ਪਏ ਨੇ, ਤਾਂ ਫਿਰ ਮਹਿੰਗਾਈ ਦੀ ਗੱਲ ਹੋਏਗੀ। ਤਾਂ ਮਹਿੰਗਾਈ ਨੂੰ ਕਿੱਦਾਂ ਕੰਟਰੋਲ ਕੀਤਾ ਜਾਏਗਾ, ਕਿਉਂਕਿ ਜਿੱਦਾਂ ਦੇ ਇਸ਼ੂਜ਼ ਤੁਸੀਂ ਚੁੱਕਣੇ ਨੇ, ਜਿੱਦਾਂ ਦੀਆਂ ਪਾਲਿਸੀਜ਼ ਤੁਸੀਂ ਬਣਾਉਣੀਆਂ ਨੇ, ਉਹਦਾ ਡਾਇਰੈਕਟ ਇਫੈਕਟ ਪਏਗਾ ਕਾਸਟ ਆਫ ਲਿਵਿੰਗ ਦੇ ਉੱਤੇ, ਉਹਦਾ ਡਾਇਰੈਕਟ ਇਫੈਕਟ ਪਏਗਾ ਮਹਿੰਗਾਈ ਦੇ ਉੱਤੇ, ਰੋਜ਼ਮर्रा ਦੀਆਂ ਜ਼ਰੂਰਤਾਂ ਦੇ ਉੱਤੇ, ਔਰ ਸਾਡੇ ਜੀਵਨ ਕਿੰਨਾ ਕੁ ਮਹਿੰਗਾ ਹੈ, ਸਾਡੀਆਂ ਜੀਵਨ ਦੀਆਂ ਚੀਜ਼ਾਂ ਕਿੰਨੀਆਂ ਕੁ ਮਹਿੰਗੀਆਂ ਨੇ ਜੋ ਸਾਨੂੰ ਸਪੋਰਟ ਕਰਦੀਆਂ ਨੇ, ਸਾਡਾ ਫੂਡ ਕਿੰਨਾ ਕੁ ਮਹਿੰਗਾ ਹੈ, ਉਸ ਦੇ ਉੱਤੇ ਡਾਇਰੈਕਟ ਅਸਰ ਪਏਗਾ। ਉਸ ਨੂੰ ਕਿੱਦਾਂ ਕੰਟਰੋਲ ਕਰਦਾ ਹੈ ਟਰੰਪ ਐਡਮਿਨਿਸਟ੍ਰੇਸ਼ਨ, ਇਹ ਦੇਖਣ ਵਾਲੀ ਗੱਲ ਹੋਏਗੀ। ਸੋ ਯੰਗ ਜਨਰੇਸ਼ਨ ਉਮੀਦ ਭਰੀਆਂ ਨਜ਼ਰਾਂ ਨਾਲ ਡੋਨਲਡ ਟਰੰਪ ਵੱਲ ਦੇਖ ਰਹੀ ਹੈ। 2.0 ਡੋਨਲਡ ਟਰੰਪ ਕਿਹੜਾ ਜਾਦੂ ਕਰਨਗੇ ਯੰਗ ਜਨਰੇਸ਼ਨ ਵਾਸਤੇ, ਔਰ ਕਿੱਦਾਂ ਉਹਨਾਂ ਦੇ ਵਾਸਤੇ ਬਣਾਉਣਗੇ ਓਪਰਚੁਨਿਟੀ ਇਕਨੋਮੀ। ਤੁਸੀਂ ਕੀ ਵਿਚਾਰ ਰੱਖਦੇ ਹੋ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ? ਜ਼ਰੂਰ ਸਾਨੂੰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਇੰਟਰਨੈਸ਼ਨਲ ਅਪਡੇਟਸ, ਮੈਂ ਹਾਂ ਸੰਜੀਵ ਯਸ਼ ਖੰਨਾ। ਸਤਿ ਸ਼੍ਰੀ ਅਕਾਲ।